ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 215 ਤੇ ਹੇਠੋਂ ਤੀਸਰੀ ਪੰਕਤੀ ਹੈ। ਗੌੜੀ ਮਾਲਾ ਮਹੱਲਾ ਪੰਜਵਾਂ। ਰਾਗ ਦਾ ਨਾਂ ਹੈ ਗੌੜੀ ਮਾਲਾ, ਪੰਚਮ ਪਾਤਸ਼ਾਹ ਦੀ ਬਾਣੀ ਹੈ। ਮੋਹ ਕੋ ਇਹ ਬਿਦ ਕੋ ਸਮਝਾਵੇ, ਕਰਤਾ ਹੋਏ ਜਨਾਵੇ। ਮੋਹ ਕੋ ਮੈਨੂੰ, ਇਹ ਬਿਦ ਵਿਧੀ ਢੰਗ, ਮੈਨੂੰ ਕਹਿੰਦੇ ਕੌਣ ਇਹ ਢੰਗ ਸਮਝਾਏ ਕਿ ਪਰਮਾਤਮਾ ਨੂੰ ਕਿਵੇਂ ਮਿਲਣਾ। ਕੌਣ ਸਮਝਾ ਸਕਦਾ? ਕਰਤਾ ਹੋਏ ਜਨਾਵੇ, ਜਿਹੜਾ ਰੱਬ ਰੂਪ ਹੋ ਗਿਆ ਹੈ ਉਹੀ ਸਮਝਾ ਸਕਦਾ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ, ਉਸ ਨਾਲ ਕਿਵੇਂ ਮੇਲ ਹੋ ਸਕਦਾ ਹੈ। ਪਰ ਮਨੁੱਖ ਕਰਦਾ ਕੀ ਹੈ? ਅਨ ਜਾਣਤ ਕਿਛ ਇਨੈ ਕਮਾਨੂ, ਜਬ ਤਬ ਕਛੂ ਨ ਸਦ। ਅਗਿਆਨਤਾ ਵਸ ਇਹ ਕਰਮ ਕਰਦਾ ਮਨੁੱਖ, ਨਾ ਜਪ ਕਰਦਾ ਨਾ ਤਪ ਕਰਦਾ ਹੈ। ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕਰਦਾ, ਅਗਿਆਨੀਆਂ ਵਾਂਗੂ ਸੰਸਾਰਕ ਕਰਮ ਕਰਦਾ ਰਹਿੰਦਾ ਹੈ। ਜੈ ਦਿਸ ਲੈ ਮਨ ਦੁਹਰਾਇਓ, ਇਹਦਾ ਮਨ ਦਸਾਂ ਦਿਸ਼ਾਵਾਂ 'ਚ ਦੌੜਦਾ ਰਹਿੰਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਕਵਨ ਕਰਮ ਕਰ ਬੰਧ, ਕਿਹੜੇ ਕਰਮਾਂ ਕਰਕੇ ਬਚ ਗਿਆ ਹੈ। ਕਿਹੜੇ ਕਰਮਾਂ ਕਾਰਨ ਅੱਗੇ ਦੱਸਦੇ ਨੇ ਕਿਹੜੇ ਕਰਮਾਂ ਕਾਰਨ ਬਚ ਗਏ। ਮਨ ਤਨ ਧਨ ਭੂਮ ਕਾ ਠਾਕੁਰ, ਉਹ ਕਹਿੰਦਾ ਮਨ ਦਾ, ਤਨ ਦਾ, ਧਨ ਦਾ, ਧਰਤੀ ਦਾ ਮੈਂ ਮਾਲਕ ਹਾਂ। ਮਨੁੱਖ ਸੋਚਦਾ ਕਿ ਮੈਂ ਆਪਣੇ ਮਨ ਦਾ, ਤਨ ਦਾ, ਧਰਤੀ ਦਾ ਮਾਲਕ ਹਾਂ। ਹੂੰ ਇਸਕਾ, ਇਹ ਮੇਰਾ, ਮੈਂ ਇਸ ਦਾ ਮਾਲਕ ਹਾਂ, ਇਹ ਸਾਰਾ ਕੁਛ ਮੇਰਾ ਹੈ। ਹੋਂ ਚਾ ਕੇ ਕਰਮ ਕਰਦਾ ਹੈ। ਹੋਂ ਚਾ ਕੇ ਭਾਵੇਂ ਕਿੰਨੇ ਵੀ ਵਧੀਆ ਕਰਮ ਕੀਤੇ ਜਾਣ, ਭਾਵੇਂ ਧਾਰਮਿਕ ਕਰਮ ਕੀਤੇ ਜਾਣ, ਧਰਮ ਕਹਿੰਦਾ ਪ੍ਰਵਾਨ ਨਹੀਂ ਹੁੰਦੇ, ਪ੍ਰਵਾਨ ਦੱਸਦੇ ਹੋ। ਜੋ ਵੀ ਕਰਮ ਕਰਨੇ ਨੇ ਨਿਮਰਤਾ ਸਹਿਤ ਕਰਨੇ ਹਨ। ਪਰਮ ਮੋਹ ਕਛ ਸੂਝਸ ਨਹੀਂ, ਇਹ ਪੈਖਰ ਪੈ ਪੈਰ। ਪੈਖਰ ਕਈ ਡੰਗਰਾਂ ਦੇ ਨਾ ਪੈਰਾਂ 'ਚ ਰੱਸਾ ਬੰਨ੍ਹ ਦਿੰਦੇ ਨੇ, ਕਈ ਭੱਜਦੇ ਜ਼ਿਆਦਾ ਨੇ, ਇਸ ਲਈ ਭੱਜ ਨਾ ਜਾਣ, ਇੱਧਰ ਟੱਪਣ ਨਾ, ਪੈਰਾਂ 'ਚ ਉਹਨਾਂ ਦੇ ਪੈਖੜ ਵੀ ਕਹਿੰਦੇ ਪਿੰਡਾਂ 'ਚ, ਉਹ ਬੰਨ੍ਹ ਦਿੰਦੇ। ਹੁਣ ਇਹਨੂੰ ਕਾਹਦੇ ਪੈਖੜ ਪਏ ਹੋਏ ਨੇ? ਪਰਮ ਮੋਹ ਕਛ ਸੂਝਸ ਨਹੀਂ, ਇਹ ਭਰਮ ਕਰਕੇ, ਮੋਹ ਕਰਕੇ ਇਹਨੂੰ ਸੋਝਦਾ ਨਹੀਂ। ਇਹ ਭਰਮ ਅਤੇ ਮੋਹ 'ਚ ਪਿਆ ਹੋਇਆ ਹੈ, ਇਹਨੂੰ ਸੋਝੀ ਨਹੀਂ ਕਿ ਮੈਂ ਪਰਮਾਤਮਾ ਦਾ ਨਾਮ ਜਪਣ ਆਇਆ ਹਾਂ। ਇਹ ਭਰਮ ਅਤੇ ਮੋਹ ਹੀ ਇਹਦੇ ਪੈਰਾਂ 'ਤੇ ਸੰਗਲ ਪਏ ਹੋਏ ਹਨ, ਰੱਸੇ ਵੱਜੇ ਹੋਏ ਹਨ। ਤਬ ਇਹ ਕਹਾ ਕਮਾਵਨ ਭਰਿਆ, ਜਬ ਇਹ ਕਛੂ ਨ ਹੋਤਾ। ਕਹਿੰਦੇ ਹੁਣ ਤੇ ਕਹਿੰਦੇ ਇਹ ਤਨ ਮੇਰਾ ਹੈ, ਇਹ ਧਨ ਮੇਰਾ ਹੈ, ਇਹ ਧਰਤੀ ਮੇਰੀ ਹੈ, ਮੈਂ ਤਾਂ ਮਾਲਕ ਹਾਂ, ਇਹ ਸਭ ਕੁਛ ਮੇਰਾ ਹੈ। ਕਹਿੰਦੇ ਜਦੋਂ ਇਸ ਸੰਸਾਰ 'ਚ ਕੁਝ ਹੈ ਹੀ ਨਹੀਂ ਸੀ, ਪਰਮਾਤਮਾ ਤੋਂ ਬਿਨਾਂ ਸੰਸਾਰ ਦੇ ਕੁਝ ਹੈ ਹੀ ਨਹੀਂ ਸੀ, ਤਬ ਇਹ ਕਹਾ ਕਮਾਵਨ ਭਰਿਆ। ਉਦੋਂ ਕੀ ਕਮਾਉਂਦਾ ਸੀ? ਉਦੋਂ ਕੀ ਕਰਦਾ ਸੀ? ਜਦ ਇਹ ਕਛੂ ਨਾ ਹੋਤਾ, ਜਦੋਂ ਕੁਝ ਹੈ ਹੀ ਨਹੀਂ ਸੀ, ਜਦੋਂ ਇਹਦੀ ਹੋਂਦ ਨਹੀਂ ਸੀ, ਇਹ ਕੁਛ ਵੀ ਨਹੀਂ ਸੀ, ਉਦੋਂ ਕੀ ਕਰਦਾ ਸੀ? ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕੁਛ ਆਪੇ ਕਰਤਾ। ਉਦੋਂ ਸਿਰਫ ਪਰਮਾਤਮਾ ਹੀ ਪਰਮਾਤਮਾ ਸੀ, ਉਹ ਆਪ ਹੀ ਸਭ ਕੁਛ ਕਰਦਾ ਸੀ, ਕਿਉਂਕਿ ਸ਼ੁਰੂ ਤੋਂ ਪਰਮਾਤਮਾ ਹੀ ਸੀ। ਇਹ ਤਾਂ ਉਹਦੀ ਆਪਣੀ ਮੌਜ ਹੋਈ, ਫਿਰ ਉਹਨੇ ਰਚਨਾ ਰਚੀ। ਗੁਰਬਾਣੀ ਤੇ ਕਹਿੰਦੀ ਹੈ ਅਰਬਦ ਨਰਬਦ ਧੁੰਦੂ ਕਰ, ਬੜਾ ਸਮਾਂ ਧੁੰਦ ਰਹੀ, ਗੈਸ ਹੀ ਗੈਸ ਰਹੀ। ਫਿਰ ਕਹਿੰਦੇ 36 ਯੁੱਗ ਗੁਬਾਰ ਰਿਹਾ, ਫਿਰ ਜਾ ਕੇ ਕਿਤੇ ਰਚਨਾ ਸ਼ੁਰੂ ਹੋਈ। ਇਸ ਲਈ ਕਿ ਜਦੋਂ ਸਿਰਫ ਪਰਮਾਤਮਾ ਹੀ ਪਰਮਾਤਮਾ ਸੀ, ਉਹ ਆਪ ਹੀ ਸਭ ਕੁਛ ਕਰਦਾ ਸੀ, ਮਨੁੱਖ ਦੀ ਹੋਂਦ ਹੀ ਨਹੀਂ ਸੀ, ਉਹਦੇ ਕੀ ਕਰਦਾ ਸੀ? ਕਹਿੰਦੇ ਆਪਣੇ ਕਰਤਬ ਆਪੇ ਜਾਣੇ, ਜਿਨ ਇਹ ਰਚ ਰਚਾਇਆ।
ਜਿਹਨੇ ਸੰਸਾਰ ਬਣਾਇਆ ਨਾ, ਉਹ ਆਪਣੇ ਫਰਜ਼ਾਂ ਨੂੰ ਆਪ ਹੀ ਜਾਣਦਾ ਹੈ। ਉਹ ਆਪਣੇ ਕੌਤਕਾਂ ਨੂੰ ਆਪ ਹੀ ਜਾਣਦਾ, ਜਿਸ ਨੇ ਸੰਸਾਰ ਦੀ ਰਚਨਾ ਕੀਤੀ ਹੈ। ਕਹੋ ਨਾਨਕ ਕਰਨਹਾਰ ਹੈ ਆਪੇ, ਸਤਿਗੁਰ ਭਰਮ ਚੁਕਾਇਆ। ਗੁਰੂ ਨੇ ਜਿਹਦਾ ਭਰਮ ਖਤਮ ਕਰ ਦਿੱਤਾ ਹੈ, ਉਹਨੂੰ ਸਮਝ ਆ ਜਾਂਦੀ ਕਿ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ। ਅਸੀਂ ਤਾਂ ਉਹੀ ਕੁਛ ਕਰਦੇ ਹਾਂ ਜੋ ਸਾਡੇ ਤੋਂ ਕਰਾਉਂਦਾ ਹੈ। ਅਸੀਂ ਤਾਂ ਪੁਤਲੀਆਂ ਹਾਂ, ਜਿਵੇਂ ਉਹ ਨਚਾਉਂਦਾ ਹੈ ਉਵੇਂ ਅਸੀਂ ਨੱਚਦੇ ਹਾਂ, ਜਿਵੇਂ ਸਾਡੇ ਤੋਂ ਕਰਾਉਂਦਾ ਹੈ ਉਵੇਂ ਉਹ ਕਰਦੇ ਹਨ। ਇਹ ਉਹਨਾਂ ਚਿਰ ਹੀ ਜਿੰਨਾ ਚਿਰ ਭਰਮ ਹੈ, ਬੰਦਾ ਕਹਿੰਦਾ ਮੈਂ ਕਰਦਾ ਹਾਂ। ਜਦੋਂ ਭਰਮ ਖਤਮ ਗੁਰੂ ਦੀ ਕਿਰਪਾ ਨਾ ਹੁੰਦਾ, ਫਿਰ ਉਹਨੂੰ ਸਮਝ ਆਉਂਦੀ ਹੈ ਕਿ ਤਾਂ ਸਭ ਪਰਮਾਤਮਾ ਹੀ ਪਰਮਾਤਮਾ ਹੈ, ਉਹੀ ਕਰਨ ਕਰਾਉਣ ਵਾਲਾ ਹੈ। ਗੌੜੀ ਮਾਲਾ ਮਹਿਲਾ ਪੰਜਵਾਂ। ਹਰ ਬਿਨ ਅਵਰ ਕਿਰਥ ਕਿਰਿਆ ਬਿਰਥ। ਕਿਰਿਆ ਮੈਨੇ ਕੰਮ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੇ ਹੋਰ ਅਸੀਂ ਕੰਮ ਕਰ ਰਹੇ ਹਾਂ, ਉਹ ਤਾਂ ਵਿਅਰਥ ਨੇ ਕਹਿੰਦੇ, ਉਹ ਵਿਅਰਥ ਨੇ। ਭਾਵੇਂ ਅਸੀਂ ਦੇਖਣ ਨੂੰ ਧਾਰਮਿਕ ਕਰਮ ਹੀ ਕਰ ਰਹੇ ਹਾਂ। ਕੋਈ ਜਿਹੜਾ ਹੈ ਤੀਰਥਾਂ 'ਤੇ ਇਸ਼ਨਾਨ ਕਰ ਰਿਹਾ, ਕੋਈ ਜਪ ਤਪ ਕਰ ਰਿਹਾ, ਕੋਈ ਪੁੱਠਾ ਲਟਕ ਰਿਹਾ ਹੈ, ਕੋਈ ਇੱਕ ਲੱਤ 'ਤੇ ਖਲੋਤਾ ਹੈ। ਦੇਖਣ ਨੂੰ ਧਾਰਮਿਕ ਕਰਮ ਨੇ, ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ, ਇਸ ਲਈ ਸਭ ਵਿਅਰਥ ਹੈ। ਹਰ ਬਿਨ ਅਵਰ ਕਿਰਿਆ ਬਿਰਥ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੇ ਹੋਰ ਅਸੀਂ ਧਾਰਮਿਕ ਕਰਮ ਕਰਦੇ ਹਾਂ, ਉਹ ਵਿਅਰਥ ਨੇ। ਜਪ ਤਪ ਸੰਜਮ ਕਰਮ ਕਮਾਣੇ। ਜਿਹੜੇ ਲੋਕ ਜਪ ਕਰਦੇ ਨੇ, ਤਪ ਕਰਦੇ ਨੇ, ਇੰਦਰੀਆਂ 'ਤੇ ਕੰਟਰੋਲ ਕਰਦੇ ਨੇ, ਹੋਰ ਧਾਰਮਿਕ ਕਰਮ ਕਰਦੇ ਨੇ, ਇਹ ਓਰੈ ਮੂਸੇ। ਓਰੈ ਮੈਨੇ ਉਰਾਂ ਹੀ, ਮੂਸੇ ਨੇ ਲੁੱਟ ਲੈਣਾ। ਧਰਮਰਾਜ ਕੋਲ ਜਾਣ ਤੋਂ ਪਹਿਲਾਂ ਹੀ ਇਹ ਸਾਰੇ ਕਰਮ ਲੁੱਟ ਲੈ ਜਾਂਦੇ ਹਨ, ਉਹਨਾਂ ਦੇ ਖੋਹ ਲੈ ਜਾਂਦੇ ਹਨ। ਇਹ ਨਾਲ ਨਹੀਂ ਜਾਂਦੇ, ਨਾਲ ਸਿਰਫ ਪਰਮਾਤਮਾ ਦਾ ਨਾਮ ਜਾਂਦਾ ਹੈ। ਹਰ ਬਿਨ ਅਵਰ ਕਿਰਿਆ ਬਿਰਥੇ। ਹਰ ਬਿਨ ਅਵਰ ਕਿਰਿਆ ਬਿਰਥੇ। ਇਨ ਅਵਰ ਕਿਰਿਆ ਬਿਰਥੇ। ਹਰ ਬਿਨ ਅਵਰ ਕਿਰਿਆ ਬਿਰਥੇ। ਜਪ ਤਪ ਸੰਜਮ ਕਰਮ ਕਮਾਣੇ। 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 ਏ ਓਰੈ ਮੂਸੇ। ਏ ਓਰੈ ਮੂਸੇ। ਸੋ ਕਹਿੰਦੇ ਜਿਵੇਂ ਬੰਦਾ ਜਾ ਰਿਹਾ ਹੈ, ਉਹਨੂੰ ਲੱਗੀ ਪਿਆਸ, ਪਿਆਸ ਲੱਗੀ ਹੈ, ਉਹ ਪਾਣੀ ਮੰਗਦਾ। ਕਹਿੰਦੇ ਜਿਹੜਾ ਤੂੰ ਫਲਾਣਾ ਧਾਰਮਿਕ ਕੰਮ ਕੀਤਾ ਉਹ ਸਾਨੂੰ ਦੇ ਦੇ, ਉਹਦੇ ਬਦਲੇ ਅਸੀਂ ਤੈਨੂੰ ਪਾਣੀ ਦੇ ਦਿੰਦੇ। ਜਿਹੜਾ ਤੂੰ ਪੁੰਨਦਾਨ ਕੀਤਾ ਉਹ ਸਾਨੂੰ ਦੇ ਦੇ, ਉਹਦੇ ਬਦਲੇ ਅਸੀਂ ਤੈਨੂੰ ਰੋਟੀ ਦੇ ਦਿੰਦੇ। ਜਿਹੜਾ ਤੂੰ ਫਲਾਣਾ ਪੁੰਨਦਾਨ ਕੀਤਾ ਉਹ ਸਾਨੂੰ ਦੇ ਦੇ, ਉਹਦੇ ਬਦਲੇ ਅਸੀਂ ਤੈਨੂੰ ਛਤਰੀ ਦੇ ਦਿੰਦੇ। ਇਸ ਲਈ ਸਾਰੇ ਇਹ ਕੰਮ ਜਿਹੜੇ ਨੇ ਜਪ ਤਪ ਸਨ, ਇਹ ਸਾਰੇ ਧਰਮਰਾਜ ਕੋਲ ਪਹੁੰਚਣ ਤੋਂ ਪਹਿਲਾਂ ਹੀ ਉਰਾਂ ਹੀ ਇਹ ਖੋਲ੍ਹ ਜੀ ਦੋਸਤਾਂ। ਇਸ ਲਈ ਤਾਂ ਪਰਮਾਤਮਾ ਦਾ ਨਾਮ ਹੈ ਜਿਹੜਾ ਧੁਰ ਤੱਕ ਜਾਂਦਾ ਸਾਡੇ ਨਾਲ। ਜਿਹਦੇ ਕੋਲ ਪਰਮਾਤਮਾ ਦਾ ਨਾਮ ਹੈ, ਉਹਨੂੰ ਕੋਈ ਚੀਜ਼ ਮੰਗਣ ਦੀ ਲੋੜ ਹੀ ਨਹੀਂ ਪੈਂਦੀ, ਉਹ ਸਭ ਕੁਛ ਆਪੇ ਹੀ ਦੇ ਜਾਂਦੇ ਹਨ। ਇਸ ਲਈ ਕਹਿੰਦੇ ਹਰ ਬਿਨ ਅਵਰ ਕਿਰਿਆ ਬਿਰਥ। ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਜਿਹੜੇ ਕਰਮ ਹਨ ਉਹ ਵਿਅਰਥ ਹਨ। ਵਰਤ ਨੇਮ ਸੰਜਮ ਮੈਂ ਰਹਤਾ, ਤਿਨ ਕਾ ਆੜ ਨਾ ਪਾਇਆ। ਬੰਦਾ ਵਰਤ ਰੱਖਦਾ ਹੈ, ਕਈ ਪ੍ਰਕਾਰ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ, ਇੰਦਰੀਆਂ ਦਾ ਸੰਜਮ ਰੱਖਦਾ ਹੈ, ਤਿਨ ਕਾ ਆੜ ਨਾ ਪਾਇਆ। ਆੜ ਹੁੰਦੇ ਕੌਡੀ, ਇਹਨਾਂ ਦਾ ਕੌਡੀ ਮੁੱਲ ਵੀ ਨਹੀਂ ਹੁੰਦਾ। ਪਰਮਾਤਮਾ ਦੀ ਦਰਗਾਹ 'ਚ ਜਾ ਕੇ ਇਹ ਵਰਤਾਂ ਦਾ, ਇਹ ਨਿਯਮਾਂ ਦਾ, ਸੰਜਮਾਂ ਦਾ ਇੱਕ ਕੌਡੀ ਮੁੱਲ ਵੀ ਨਹੀਂ ਪੈਂਦਾ। ਕਿਉਂ?
ਆਗੇ ਚੱਲਣ ਔਰ ਹੈ ਭਾਈ ਊਹਾਂ ਕਾਮਨਾ। ਅੱਗੇ ਦੇ ਨਾਲ ਹੋਰ ਚੀਜ਼ ਜਾਣੀ ਹੈ। ਅੱਗੇ ਜਿਹੜਾ ਨਾਲ ਜਾਣਾ ਹੈ ਉਹ ਤਾਂ ਪਰਮਾਤਮਾ ਦਾ ਨਾਮ ਜਾਣਾ ਹੈ। ਊਹਾਂ ਕਾਮਨਾ, ਉੱਥੇ ਇਹ ਜਿਹੜੀ ਚੀਜ਼ਾਂ ਵਰਤ ਨੇਮ ਇੱਕ ਉੱਥੇ ਕੰਮ ਨਹੀਂ ਆਉਂਦੇ, ਕਿਉਂਕਿ ਨਾਲ ਨਹੀਂ ਜਾਣੇ ਹੈਗੇ। ਕਿਤੇ ਉਰੇ ਹੀ ਰਹਿ ਜਾਣੇ, ਧਰਮਰਾਜ ਤੇ ਉਰੇ ਹੀ ਰਹਿ ਜਾਣੇ। ਅੱਗੇ ਜਿਹੜਾ ਹੈ ਪਰਮਾਤਮਾ ਦਾ ਨਾਮ ਜਾਂਦਾ, ਉਹੀ ਕੰਮ ਹੁੰਦਾ। ਇਹ ਜਿਹੜੀ ਚੀਜ਼ਾਂ ਨੇ ਇਹ ਉੱਥੇ ਕੰਮ ਨਹੀਂ ਆਉਂਦੀਆਂ। ਆਗੇ ਚੱਲਣ ਔਰ ਹੈ ਭਾਈ, ਅੱਗੇ ਜੋ ਜਾਣਾ ਉਹ ਹੋਰ ਚੀਜ਼ ਹੈ। ਊਹਾਂ ਕਾਮਨਾ, ਉੱਥੇ ਇਹ ਜੇ ਵਰਤ ਨੇਮ ਨੇ ਉੱਥੇ ਕੰਮ ਨਹੀਂ ਆਉਂਦੇ, ਕਿਉਂ ਨਾਲ ਜਾਂਦਾ ਪਰਮਾਤਮਾ ਦਾ ਨਾਮ। ਤੀਰਥ ਨਹਾਏ ਅਰ ਧਰਨੀ ਭ੍ਰਮਤਾ, ਆਗੇ ਠੌਰ ਨਾ ਪਾਵੇ। ਤੀਰਥਾਂ ਜਾ ਕੇ ਇਸ਼ਨਾਨ ਕਰਦਾ, ਧਰਤੀ 'ਤੇ ਘੁੰਮਦਾ ਫਿਰਦਾ, ਕਦੇ ਕਿਤੇ ਕਦੇ ਕਿਤੇ। ਕਈ ਰਮਤੇ ਸਾਧੂ ਹੁੰਦੇ ਨੇ, ਕਦੇ ਕਿਤੇ ਚਲੇ ਗਏ ਕਦੇ ਕਿਤੇ ਚਲੇ ਗਏ। ਆਗੇ ਠੌਰ ਨਾ ਪਾਵੇ, ਪਰ ਅੱਗੇ ਜਾ ਕੇ ਨੂੰ ਪਰਮਾਤਮਾ ਦੀ ਦਰਗਾਹ 'ਚ ਰਹਿਣ ਨੂੰ ਕੋਈ ਥਾਂ ਨਹੀਂ ਮਿਲਦੀ। ਤੀਰਥਾਂ 'ਤੇ ਇਸ਼ਨਾਨ ਕਰ ਲਿਆ, ਧਰਮ ਦੇ ਵਿੱਚ ਇਹਦੀ ਕੋਈ ਮਹਾਨਤਾ ਨਹੀਂ ਹੈ। ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮੀ ਫਿਰ ਗਏ, ਇਹਦੀ ਕੋਈ ਮਹਾਨਤਾ ਨਹੀਂ। ਅੱਗੇ ਕੋਈ ਟਿਕਾਣਾ ਨਹੀਂ ਮਿਲਦਾ ਬੰਦੇ ਨੂੰ। ਅੱਗੇ ਤਾਂ ਸਿਰਫ ਜਿਹੜਾ ਸਿੱਖ ਧਰਮ ਦਾ ਇਹ ਤੱਤਸਾਰ ਹੈ ਕਿ ਅੱਗੇ ਤਾਂ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਜਿਹੜੀ ਬਾਣੀ ਹੈ ਬਸ ਇਹੀ ਕੰਮ ਆਉਂਦੀ ਹੈ, ਬਾਕੀ ਹੋਰ ਚੀਜ਼ਾਂ ਕੋਈ ਕੰਮ ਨਹੀਂ ਆਉਂਦੀਆਂ। ਤੀਰਥ ਨਹਾਏ ਅਰ ਧਰਨੀ ਭ੍ਰਮਤਾ, ਆਗੇ ਠੌਰ ਨਾ ਪਾਵੇ। ਠੌਰਨ ਦਾ ਟਿਕਾਣਾ, ਇਹਨੂੰ ਅੱਗੇ ਕੋਈ ਰਹਿਣ ਨੂੰ ਥਾਂ ਨਹੀਂ ਮਿਲਦੀ। ਊਹਾਂ ਕਾਮ ਨ ਆਵੈ ਇਹ ਵਿਦ, ਉਹ ਲੋਗਨ ਹੀ ਪਤਿਆ। ਊਹਾਂ ਪਰਮਾਤਮਾ ਦੇ ਦਰ 'ਤੇ ਜਾ ਕੇ ਇਹ ਜਿਹੜਾ ਤੀਰਥਾਂ ਦਾ ਇਸ਼ਨਾਨ ਹੈ, ਧਰਤੀ 'ਤੇ ਘੁੰਮਣਾ ਫਿਰਨਾ, ਇਹ ਕਿਸੇ ਕੰਮ ਨਹੀਂ ਹੁੰਦਾ। ਉਹ ਲੋਗਨ ਹੀ ਪਤਿਆਵੇ, ਸਿਰਫ ਲੋਕਾਂ ਨੂੰ ਖੁਸ਼ ਕਰ ਰਿਹਾ ਹੁੰਦਾ ਹੈ। ਉਹ ਤਾਂ ਲੋਕਾਂ ਨੂੰ ਖੁਸ਼ ਕਰ ਰਿਹਾ, ਬੱਲੇ ਬੱਲੇ ਬਈ ਹੈ ਇਹ ਤੀਰਥ ਬੜੇ ਇਸ਼ਨਾਨ ਕੀਤੇ ਨੇ, ਬੜਾ ਘੁੰਮਿਆ ਫਿਰਿਆ ਹੈ। ਇਹ ਸਿਰਫ ਲੋਕਾਂ ਨੂੰ ਖੁਸ਼ ਕਰਨ ਲਈ ਹੈ, ਅੱਗੇ ਇਹ ਕੰਮ ਨਹੀਂ ਆਉਂਦੇ। ਚਤੁਰ ਵੇਦ ਮੁਖ ਬਚਰੀ ਉਚਰੇ, ਜੇ ਕੋਈ ਮੂੰਹ ਜ਼ਬਾਨ ਵਿਚਾਰਾਂ ਵੇਦਾਂ ਦਾ ਉਚਾਰਨ ਕਰੇ, ਆਗੇ ਮਹਿਲ ਨਾ ਪਾਈਏ, ਪਰ ਫਿਰ ਉਸ ਨੂੰ ਅੱਗੇ ਰਹਿਣ ਨੂੰ ਥਾਂ ਨਹੀਂ ਮਿਲਦੀ। ਪਰਮਾਤਮਾ ਦੇ ਦਰ 'ਤੇ ਉਹਨੂੰ ਰਹਿਣ ਨੂੰ ਥਾਂ ਨਹੀਂ ਮਿਲਦੀ, ਚਾਹੇ ਚਾਰੇ ਵੇਦ ਮੂੰਹ ਜ਼ਬਾਨੀ ਯਾਦ ਕਿਉਂ ਨਾ ਹੋਣ। ਮੰਨ ਲਓ ਮੈਨੂੰ ਬਾਣੀ ਸਾਰੀ ਯਾਦ ਹੈ, ਪਰ ਮੇਰਾ ਜੀਵਨ ਬਾਣੀ ਅਨੁਸਾਰ ਨਹੀਂ ਹੈ, ਤਾਂ ਵੀ ਮੇਰੀ ਗੱਲ ਨਹੀਂ ਬਣਨੀ, ਤਾਂ ਵੀ ਗੱਲ ਨਹੀਂ ਬਣੀ। ਭਾਵੇਂ ਸਾਰੀ ਬਾਣੀ ਮੂੰਹ ਜ਼ਬਾਨੀ ਯਾਦ ਹੋਵੇ, ਜਿੰਨਾ ਚਿਰ ਜੀਵਨ ਨਹੀਂ ਉਸਰਦਾ ਉਹਨਾਂ ਚਿਰ ਕੋਈ ਕੀਮਤ ਨਹੀਂ ਬੰਦੇ ਦੀ ਪੈਂਦੀ। ਚਤੁਰ ਉਹਦਾ ਚਾਰ, ਚਤੁਰ ਵੇਦ ਮੁਖ ਬਚਨੀ ਉਚਰੇ, ਜੇ ਚਾਰਾਂ ਵੇਦਾਂ ਨੂੰ ਕੋਈ ਮੂੰਹ ਜ਼ਬਾਨੀ ਵਿਚਾਰੇ, ਆਗੇ ਮਹਿਲ ਨਾ ਪਾਵੇ, ਪਰ ਇਸ ਮਨੁੱਖ ਨੂੰ ਅੱਗੇ ਰਹਿਣ ਨੂੰ ਥਾਂ ਨਹੀਂ ਮਿਲਦੀ। ਬੂਝੈ ਨਾਹੀ ਏਕ ਸੁਦਾਖਰ, ਸੁਦਾਖਰ ਹੁੰਦਾ ਸ਼ੁੱਧ ਅੱਖਰ, ਭਾਵ ਪਰਮਾਤਮਾ ਦਾ ਨਾਮ। ਇਹਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਨਹੀਂ ਹੈ, ਪਰਮਾਤਮਾ ਦਾ ਨਾਮ ਜਪਦਾ ਨਹੀਂ ਹੈਗਾ। ਉਹ ਸਗਲੀ ਝਾਕ ਚਖਾਈਏ, ਝਾਕ ਚਖਾਈ ਤੇ ਝੱਖਾ ਮਾਰਨਾ, ਉਹ ਜੋ ਕੁਛ ਕਰ ਰਿਹਾ ਸਭ ਵਿਅਰਥ ਹੈ। ਅੱਗੇ ਤਾਂ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਕੰਮ ਆਉਣਾ, ਉਹਦੀ ਨੂੰ ਸੋਝੀ ਨਹੀਂ ਹੈ। ਸੁਦਾਖਰ ਸ਼ੁੱਧ ਅੱਖਰ ਭਾਵ ਪਰਮਾਤਮਾ ਦਾ ਨਾਮ, ਇਹਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਨਹੀਂ। ਬਾਕੀ ਜੋ ਇਹ ਕਰ ਰਿਹਾ ਉਹਦੇ ਵਿੱਚ ਝੱਖਾਂ ਮਾਰਨੀਆਂ ਹਨ, ਭਾਵ ਵਿਅਰਥ ਦਾ ਮਿਹਨਤ ਕਰ ਰਿਹਾ, ਵਿਅਰਥ ਦਾ ਯਤਨ ਕਰ ਰਿਹਾ ਹੈ। ਨਾਨਕ ਕਹਿ ਤੋ ਇਹ ਵਿਚਾਰ, ਜੇ ਕਮਾਵੇ ਸੋ ਪਾਰ ਗ੍ਰਾਮੀ। ਗੁਰੂ ਮਹਾਰਾਜ ਕਹਿੰਦੇ ਮੈਂ ਇਹ ਵਿਚਾਰ ਆਖਦਾ ਹਾਂ, ਜਿਹੜਾ ਇਸ ਵਿਚਾਰ ਦੀ ਕਮਾਈ ਕਰੇਗਾ ਨਾ ਉਹ ਪਾਰ ਉਤਰ ਜਾਏਗਾ। ਕੀ ਵਿਚਾਰ ਹੈ? ਗੁਰ ਸੇਵੋ ਹਰ ਨਾਮ ਧਿਆਵੋ, ਗੁਰੂ ਦੀ ਸੇਵਾ ਕਰੋ ਅਤੇ ਨਾਮ ਜਪੋ, ਤਿਆਗੋ ਮਨੋ ਗੁਮਾਨੀ, ਅਤੇ ਮਨ ਤੋਂ ਹੰਕਾਰ ਛੱਡੋ। ਕਹਿੰਦੇ ਤਿੰਨ ਕੰਮ ਕਰਨੇ, ਗੁਰੂ ਦੀ ਸੇਵਾ ਕਰਨੀ ਹੈ, ਨਾਮ ਜਪਣਾ ਅਤੇ ਹੰਕਾਰ ਛੱਡਣਾ। ਕਹਿੰਦਾ ਜਿਹੜਾ ਇਹ ਬਚਨ ਨੂੰ ਕਮਾ ਲਏਗਾ ਉਹ ਪਾਰ ਉਤਰ ਜਾਏਗਾ। ਸੋ ਉੱਪਰਲੇ ਯਤਨਾਂ ਦਾ ਮਨੁੱਖ ਦਾ ਪਾਰ ਉਤਾਰਾ ਨਹੀਂ ਹੁੰਦਾ। ਉਹ ਤਾਂ ਲੋਕ ਤਾਂ ਕਹਦੇ ਬੱਲੇ ਬੱਲੇ ਬਈ ਚਾਰੇ ਵੇਦ ਮੂੰਹ ਜ਼ਬਾਨੀ ਯਾਦ ਨੇ, ਬੱਲੇ ਬੱਲੇ ਬਈ ਬੜੀ ਬਾਣੀ ਮੂੰਹ ਜ਼ਬਾਨੀ ਯਾਦ ਹੈ। ਕਹਿੰਦੇ ਨਾ
ਮਤਲਬ ਕਿ ਬੜੀ ਬਾਣੀ ਯਾਦ ਆ ਕਿ ਬੱਲੇ ਬੱਲੇ ਬੜੀ ਬਾਣੀ ਯਾਦ ਹੈ। ਸੋ ਇਸ ਲਈ ਕਹਿੰਦੇ ਹੁਣ ਆਪਾਂ ਰਹਾਉ ਤੋਂ ਬਾਅਦ ਗਾਵਾਂਗੇ। ਬਰਤ ਦੇਵ ਸੰਜਮ ਮੈਂ ਰਹਤਾ ਤਿਨ ਕਾ ਆੜ ਨ ਪਾਏ। ਬਰਤ ਨੇਮ ਸੰਜਮ ਮੈਂ ਰਹਤਾ, 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 ਤਿਨ ਕਾ ਆੜ ਨ ਪਾਇਆ, ਤਿਨ ਕਾ ਆੜ ਨ ਪਾਇਆ। ਆਗੇ ਚੱਲਣ ਔਰ ਹੈ ਭਾਈ, ਆਗੇ ਚੱਲਣ ਔਰ ਹੈ ਭਾਈ, ਚੱਲਣ ਔਰ ਹੈ ਭਾਈ, ਆਗੇ ਚੱਲਣ ਔਰ ਹੈ ਭਾਈ। ਊਹ ਕਾਮ ਨ ਆਇਆ, ਊਹ ਕਾਮ ਨ ਆਇਆ, ਤੀਰਥ ਨਾਏ ਹਰ ਤਰਨੀ ਪ੍ਰਮਤਾ, ਤੀਰਥ ਨਾਏ ਹਰ ਤਰਨੀ ਪ੍ਰਮਤਾ, ਤੀਰਥ ਨਾਏ ਹਰ ਤਰਨੀ ਪ੍ਰਮਤਾ, ਤੀਰਥ ਨਾਏ ਹਰ ਤਰਨੀ ਪ੍ਰਮਤਾ। ਆਗੇ ਠੋਰ ਨ ਪਾਵੇ, ਆਗੇ ਠੋਰ ਨ ਪਾਵੇ, ਆਗੇ ਠੋਰ ਨ ਪਾਵੇ, ਆਗੇ ਠੋਰ ਨ ਪਾਵੇ। ਊਹ ਕਾਮ ਨ ਆਵੇ ਏ ਬਿਦ, ਊਹ ਕਾਮ ਨ ਆਵੇ ਏ ਬਿਦ, ਊਹ ਕਾਮ ਨ ਆਵੇ ਏ ਬਿਦ, ਊਹ ਕਾਮ ਨ ਆਵੇ ਏ ਬਿਦ। ਓ ਲੋਗਨ ਹੀ ਪਤੀ ਆਵੇ, ਓ ਲੋਗਨ ਹੀ ਪਤੀ ਆਵੇ, ਚਤੁਰ ਬੇਦ ਮੁਖ ਬਚਨੀ ਉਚਰੈ, ਚਤੁਰ ਬੇਦ ਮੁਖ ਬਚਨੀ ਉਚਰੈ, ਚਤੁਰ ਬੇਦ ਮੁਖ ਬਚਨੀ ਉਚਰੈ, ਚਤੁਰ ਬੇਦ ਮੁਖ ਬਚਨੀ ਉਚਰੈ। ਆਗੇ ਮਹਿਲ ਨ ਪਾਈਐ, ਆਗੇ ਮਹਿਲ ਨ ਪਾਈਐ, ਆਗੇ ਮਹਿਲ ਨ ਪਾਈਐ, ਆਗੇ ਮਹਿਲ ਨ ਪਾਈਐ। ਬੂਝੈ ਨਾਹੀ ਏਕ ਸੁਦਾਖਰ, ਬੂਝੈ ਨਾਹੀ ਏਕ ਸੁਦਾਖਰ, ਬੂਝੈ ਨਾਹੀ ਏਕ ਸੁਦਾਖਰ, ਬੂਝੈ ਨਾਹੀ ਏਕ ਸੁਦਾਖਰ। ਓ ਸਗਲੀ ਚਾਖ ਚਖਾਈਐ, ਓ ਸਗਲੀ ਚਾਖ ਚਖਾਈਐ, ਓ ਸਗਲੀ ਚਾਖ ਚਖਾਈਐ, ਓ ਸਗਲੀ ਚਾਖ ਚਖਾਈਐ। ਨਾਨਕ
ਨਾਨਕ ਕਹਿਤ ਏ ਵਿਚਾਰਾ, ਨਾਨਕ ਕਹਿਤ ਏ ਵਿਚਾਰਾ, ਨਾਨਕ ਕਹਿਤੋ ਏ ਵਿਚਾਰਾ, ਨਾਨਕ ਕਹਿਤ ਏ ਵਿਚਾਰਾ। ਜੇ ਕਮਾਵੈ ਸੋ ਪਰਗਰਾਮੇ, ਜੇ ਕਮਾਵੈ ਸੋ ਪਰਗਰਾਮੇ, ਜੇ ਕਮਾਵੈ ਸੋ ਪਰਗਰਾਮੇ, ਜੇ ਕਮਾਵੈ ਸੋ ਪਰਗਰਾਮੇ। ਗੁਰ ਸੇਵੋ ਅਰ ਨਾਮ ਧਿਆਵੋ, ਗੁਰ ਸੇਵੋ ਅਰ ਨਾਮ ਧਿਆਵੋ, ਗੁਰ ਸੇਵੋ ਅਰ ਨਾਮ ਧਿਆਵੋ, ਗੁਰ ਸੇਵੋ ਅਰ ਨਾਮ ਧਿਆਵੋ। ਤਿਆਗੋ ਮਨੋ ਗੁਮਾਨੇ, ਤਿਆਗੋ ਮਨੋ ਗੁਮਾਨੇ, ਤਿਆਗੋ ਮਨੋ ਗੁਮਾਨੀ, ਤਿਆਗੋ ਮਨੋ ਗੁਮਾਨੇ। ਸੋ ਗੁਰੂ ਮਹਾਰਾਜ ਨੇ ਕਿਹਾ, ਕਿਉਂਕਿ ਸਿੱਖ ਧਰਮ ਦੇ ਆਉਣ ਤੋਂ ਪਹਿਲਾਂ ਬਹੁਤ ਸਾਰੇ ਧਾਰਮਿਕ ਕਰਮ ਐਸੇ ਕੀਤੇ ਜਾਂਦੇ ਸਨ ਜਿਹੜੇ ਆਤਮਾ ਦੇ ਕੰਮ ਨਹੀਂ ਸੁਣਾਉਂਦੇ। ਉਹ ਕਰਮ ਕਰਨੇ ਜਿਹੜੇ ਆਤਮਾ ਦੇ ਕੰਮ ਆਉਂਦੇ ਨੇ, ਅਤੇ ਉਹ ਹੈਗਾ ਪਰਮਾਤਮਾ ਦਾ ਨਾਮ। ਪਰਮਾਤਮਾ ਦਾ ਨਾਮ ਜਿਹੜਾ ਜਪਦਾ ਉਹਨੂੰ ਕੁਛ ਹੋਰ ਕਰਨ ਦੀ ਲੋੜ ਨਹੀਂ, ਕੋਈ ਹੋਰ ਧਾਰਮਿਕ ਕਰਮ ਕਰਨ ਦੀ ਲੋੜ ਨਹੀਂ ਹੈਗੀ। ਜਿਹੜਾ ਨਾਮ ਜਪਦਾ ਬਸ ਨਾਮ ਜਪੀ ਜਾਓ। ਬਾਣੀ ਪੜ੍ਹਨੀ ਹੈ, ਬਾਣੀ ਪੜ੍ਹੀ ਜਾਓ। ਨਾਮ ਜਪਣਾ, ਨਾਮ ਜਪ ਲਓ। ਇਹ ਤੁਹਾਡੀ ਆਪਣੀ ਰੁਚੀ ਹੈ। ਜਿਹੜੇ ਪਿਛਲੇ ਜਨਮਾਂ 'ਚ ਬਾਣੀ ਪੜ੍ਹਦੇ ਰਹੇ ਨੇ ਉਹਨਾਂ ਦੀ ਹੁਣ ਵੀ ਰੁਚੀ ਬਾਣੀ ਪੜ੍ਹਨ 'ਚ ਹੈ। ਜਿਹੜੇ ਨਾਮ ਜਪਦੇ ਰਹੇ ਨੇ ਉਹਨਾਂ ਦੀ ਰੁਚੀ ਨਾਮ ਜਪਣ 'ਚ ਹੈ। ਬਾਣੀ ਨੇ ਵੀ ਤੁਹਾਡਾ ਪਾਰ ਉਤਾਰਾ ਕਰ ਦੇਣਾ ਅਤੇ ਨਾਮ ਨੇ ਵੀ ਕਰ ਦੇਣਾ ਹੈ। ਇਸ ਲਈ ਬਾਕੀ ਜਿਹੜੇ ਕਰਮ ਨੇ ਜਿੰਨੇ ਗਿਣੇ ਨੇ ਇਹਦੇ ਵਿੱਚ, ਕਹਿੰਦੇ ਇਹ ਤਾਂ ਸਭ ਵਿਅਰਥ ਨੇ, ਇਹ ਤੁਹਾਡੇ ਨਾਲ ਨਹੀਂ ਜਾਣੇ, ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣੇ। ਇਸ ਲਈ ਕਹਿੰਦੇ ਕੀ ਕਰੋ, ਗੁਰ ਸੇਵੋ ਅਰ ਨਾਮ ਧਿਆਵੋ। ਗੁਰੂ ਦੀ ਸੇਵਾ ਕਰੋ, ਨਾਮ ਜਪੋ। ਤਿਆਗੋ ਮਨੋ ਗੁਮਾਨੀ, ਅਤੇ ਮਨ ਦੇ ਵਿੱਚ ਗੁਮਾਨ ਦਾ ਹੰਕਾਰ ਨੂੰ ਤਿਆਗ ਦਿਓ, ਹੰਕਾਰ ਛੱਡ ਦਿਓ। ਗੌੜੀ ਮਾਲਾ ਮਹੱਲਾ ਪੰਜਵਾਂ। ਇਹ ਜਿਹੜਾ ਪੰਜ ਹੈ ਇਹਨੂੰ ਕਹਿੰਦੇ ਸਮਝਣਾ ਮਹੱਲਾ ਪੰਜਵਾਂ। ਗੌੜੀ ਮਾਲਾ ਮਹੱਲਾ ਪੰਜਵਾਂ। ਮਾਧੋ ਹਰ 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 ਮੁਖ ਕਹੀਏ। ਹੇ ਭਾਈ, ਮੁਖ ਨਾਲ ਪਰਮਾਤਮਾ ਦਾ ਨਾਮ ਜਪੋ। ਮੁਖ ਨਾਲ ਕੀ ਕਰਨਾ? ਪਰਮਾਤਮਾ ਦਾ ਨਾਮ ਜਪਣਾ ਹੈ। ਵਾਹਿਗੁਰੂ 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 ਜਪਣਾ। ਹਰ ਇੱਕ ਨੇ ਆਪਣੇ ਧਰਮ ਅਨੁਸਾਰ ਜਪਣਾ ਦਾ। ਕੋਈ ਰਾਮ ਰਾਮ ਕਹਿੰਦਾ, ਰਾਮ ਰਾਮ ਕਹੋ ਪਏ। ਹਮ ਤੇ ਕਛੂ ਨਾ ਹੋਵੇ ਸੁਆਮੀ, ਜਿਉਂ ਰਾਖੋ ਤਿਉਂ ਰਹੀਏ। ਹੇ ਪਰਮਾਤਮਾ, ਅਸੀਂ ਤਾਂ ਕੁਝ ਕਰਨ ਜੋਗੇ ਹੀ ਨਹੀਂ। ਜਿਵੇਂ ਤੁਸੀਂ ਸਾਨੂੰ ਰੱਖਦੇ ਹੋ ਉਵੇਂ ਅਸੀਂ ਰਹਿੰਦੇ ਹਾਂ। ਸਾਡੇ 'ਤੇ ਕਿਰਪਾ ਕਰੋ ਹੇ ਪਰਮਾਤਮਾ। ਮਾਧੋ ਹੇ ਪਰਮਾਤਮਾ, ਸਾਡੇ 'ਤੇ ਕਿਰਪਾ ਕਰੋ, ਅਸੀਂ ਹਰੀ ਦਾ ਨਾਮ ਮੁਖ ਨਾਲ ਜਪੀਏ। ਹਰ 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 ਮੁਖ ਕਹੀਏ, ਹਰੀ ਦਾ ਨਾਮ ਮੁਖ ਨਾਲ ਅਸੀਂ ਜਪੀਏ। ਇਹ ਸਾਡੇ 'ਤੇ ਕਿਰਪਾ ਕਰੋ, ਕਿਉਂਕਿ ਅਸੀਂ ਕੁਝ ਕਰਨ ਜੋਗੇ ਨਹੀਂ। ਜਿਵੇਂ ਤੁਸੀਂ ਸਾਨੂੰ ਰੱਖਦੇ ਹੋ ਉਵੇਂ ਅਸੀਂ ਰਹਿੰਦੇ ਹਾਂ। ਰਹਾਓ। ਕਿਆ ਕਿਛ ਕਰੇ ਕਿ ਕਰਨਾ ਹਾਰਾ, ਕਿਆ ਹਿਸਾਬ ਵਿਚਾਰੇ। ਇਹ ਬੰਦਾ ਕੀ ਕਰ ਸਕਦਾ ਹੈ? ਇਹਦੇ ਹੱਥ 'ਚ ਕੁਛ ਹੈ ਹੀ ਨਹੀਂ। ਕਿਆ ਕਿਛ ਕਰੇ ਕਰਨੇ ਹਾਰਾ। ਇਹ ਆਪਣੇ ਆਪ ਨੂੰ ਕਰਨ ਹਾਰਾ ਕਹਿੰਦਾ, ਮੈਂ ਕਰਦਾ ਹਾਂ। ਪਰ ਇਹ ਕਹਿੰਦੇ ਕੀ ਕਰ ਸਕਦਾ? ਇਹਦੇ ਹੱਥ ਵਿਚਾਰੇ ਕੁਛ ਹੈ ਹੀ ਨਹੀਂ ਹੈ। ਜਿਤ ਤੁਮ ਲਾਵੋ ਤਿਤ ਹੀ ਲਾਗਾ, ਪੂਰਨ ਖਸਮ ਹਮਾਰੇ। ਹੇ ਪਰਮਾਤਮਾ, ਤੁਸੀਂ ਸਾਡੇ ਮਾਲਕ ਹੋ। ਤੁਸੀਂ ਜਿਸ ਪਾਸੇ ਸਾਨੂੰ ਲਾਉਂਦੇ ਹੋ ਉਸੇ ਪਾਸੇ ਅਸੀਂ ਲੱਗਦੇ ਹਾਂ। ਦੇਖਣ ਨੂੰ ਅਸੀਂ ਮਰਜ਼ੀ ਕਰਦੇ ਹਾਂ, ਪਰ ਨਹੀਂ। ਧਰਮ ਕਹਿੰਦਾ ਪਰਮਾਤਮਾ ਨੇ ਜਿਸ ਪਾਸੇ ਕਿਸੇ ਨੂੰ ਲਾਇਆ ਹੈ ਉਸੇ ਪਾਸੇ ਲੱਗਾ ਹੋਇਆ।
ਕਰੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵੋ। हे ਪ੍ਰਮਾਤਮਾ, ਤੂੰ ਤੇ ਸਭ ਦੇ ਦਾਤੇ ਹੋ, ਸਭ ਨੂੰ ਦਾਤਾਂ ਦੇਣ ਵਾਲੇ ਹੋ, ਮੇਰੇ 'ਤੇ ਵੀ ਕਿਰਪਾ ਕਰੋ। ਏਕ ਰੂਪ ਲਿਵ ਲਾਵੋ, ਤਾਂ ਮੇਰੀ ਜਿਹੜੀ ਲਿਵ ਹੈ ਉਹ ਤੁਹਾਡੇ ਨਾਲ ਲੱਗ ਜਾਏ, ਉਹ ਤੁਹਾਡੇ ਸਰੂਪ ਦੇ ਨਾਲ ਮੇਰੀ ਲਿਵ ਲੱਗ ਜਾਏ, ਇਹ ਮੇਰੇ 'ਤੇ ਕਿਰਪਾ ਕਰੋ। ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਓ। ਗੁਰੂ ਮਹਾਰਾਜ ਕਹਿੰਦੇ ਸਾਡੇ 'ਤੇ ਹੈ ਪ੍ਰਮਾਤਮਾ, ਤੁਹਾਡੇ ਇਹੀ ਬੇਨਤੀ ਹੈ ਕਿ ਤੁਸੀਂ ਸਾਡੇ 'ਤੇ ਆਪਣਾ ਨਾਮ ਜਪਾਓ। ਦੇਖੋ, ਸਭ ਤੋਂ ਵਧੀਆ ਕੰਮ ਜਿਹੜਾ ਹੈ ਉਹ ਗੁਰੂ ਮਹਾਰਾਜ ਵਾਰੀ ਵਾਰੀ ਕਹਿੰਦੇ ਨੇ ਕਿ ਨਾਮ ਜਪੋ, ਨਾਮ ਜਪਾਓ। ਪਰਮਾਤਮਾ ਨੇ ਕਿਹਾ ਹੈ ਪਰਮਾਤਮਾ ਸਾਡੇ 'ਤੇ ਕਿਰਪਾ ਕਰੋ, ਆਪਣਾ ਨਾਮ ਸਾਡੇ 'ਤੇ ਜਪਾਓ, ਕਿਉਂਕਿ ਨਾਮ ਦੇ ਵਿੱਚ ਹੀ ਸਭ ਕੁਛ ਹੈ। ਨਾਮ ਦੇ ਵਿੱਚ ਸਾਰੇ ਹੀ ਧਾਰਮਿਕ ਕਰਮ ਆ ਜਾਂਦੇ ਹਨ। ਨਾਮ ਦੇ ਵਿੱਚ ਜਿਹੜਾ ਹੈ ਸਭ ਕੁਛ ਹੈ। ਰਿਧੀਆਂ ਨੇ, ਸਿੱਧੀਆਂ ਨੇ, ਨਵ ਨਿਧੀਆਂ ਨੇ, ਕਿਉਂਕਿ ਨਾਮ ਜਪਦਿਆਂ ਜਪਦਿਆਂ ਰਿਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਬੰਦੇ ਨੂੰ। ਉਸ ਤੋਂ ਬਾਅਦ ਫਿਰ ਜਾ ਕੇ ਪਰਮਾਤਮਾ ਮਿਲਦਾ ਹੈ। ਜਿਹੜਾ ਰਿਧੀਆਂ ਸਿੱਧੀਆਂ 'ਚ ਫਸ ਜਾਂਦਾ ਹੈ ਉਹ ਪਰਮਾਤਮਾ ਤੱਕ ਨਹੀਂ ਪਹੁੰਚਦਾ। ਪਰ ਜਿਹੜਾ ਇਹਨਾਂ ਨੂੰ, ਇਹ ਨਾਮ ਦਾ ਇੱਕ ਹਿੱਸਾ ਹੈ, ਨਾਮ ਜਪਦਿਆਂ ਜਪਦਿਆਂ ਇਹ ਚੀਜ਼ਾਂ ਆਪਣੇ ਆਪ ਹੀ ਪ੍ਰਾਪਤ ਹੋਣੀਆਂ ਨੇ। ਧਨ ਦੌਲਤ ਵੀ ਪ੍ਰਾਪਤ ਹੋਣਾ ਹੈ ਅਤੇ ਕਰਾਮਾਤੀ ਸ਼ਕਤੀਆਂ ਵੀ ਪ੍ਰਾਪਤ ਹੋਣੀਆਂ ਹਨ। ਉਦੋਂ ਉੱਪਰ ਫਿਰ ਜਿਹੜਾ ਹੈ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੋ ਪਹਿਲਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ, ਅਤੇ ਜਿਹਨੂੰ ਕੋਈ ਰਿੱਧੀ ਸਿੱਧੀ ਪ੍ਰਾਪਤ ਨਹੀਂ ਹੋਈ ਉਹ ਤਾਂ ਅਜੇ ਹੇਠਾਂ ਹੀ ਬੈਠਾ ਹੈ, ਉਹ ਅਜੇ ਉਹਦੇ ਲਈ ਅਜੇ ਦਿੱਲੀ ਬੜੀ ਦੂਰ ਹੈ। ਸੋ ਤਾਂ ਗੁਰੂ ਮਹਾਰਾਜ ਬੇਨਤੀ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਭ ਕੁਛ ਹੈ। ਨਾਮ ਜਪੀ ਜਾਓ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਪਰਮਾਤਮਾ ਹਰ ਇੱਕ ਚੀਜ਼ ਵਾਧੂ ਕਰ ਦਿੰਦਾ ਹੈ। ਸਾਡੇ ਤਾਂ ਬਸ ਜਪ ਨਹੀਂ ਹੁੰਦਾ ਹੈ। ਜਦੋਂ ਯਾਦ ਆਏ ਤਾਂ ਉਦੋਂ ਲੱਗ ਜਾਣਾ ਵਾਹਿਗੁਰੂ ਵਾਹਿਗੁਰੂ ਕਰਨ, ਫਿਰ ਆਪਣੇ ਸੰਸਾਰਕ ਕੰਮਾਂ ਦੇ ਵਿੱਚ ਕਿੰਨਾ ਕਿੰਨਾ ਸਮਾਂ ਰੱਬ ਭੁੱਲਿਆ ਰਹਿੰਦਾ ਹੈ, ਕਿਉਂਕਿ ਅਜੇ ਸਾਨੂੰ ਦ੍ਰਿੜ ਨਹੀਂ ਹੋਇਆ ਕਿ ਜੋ ਅਸੀਂ ਚਾਹੁੰਦੇ ਹਾਂ ਉਹ ਨਾਮ ਰਾਹੀਂ ਸਾਨੂੰ ਮਿਲਣਾ। ਕੋਈ ਇੱਛਾ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਪਰਮਾਤਮਾ ਸਾਡੀ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ, ਉਹਦਾ ਨਾਮ ਜਪੋ, ਇੱਛਾ ਪੂਰੀ ਹੋ ਜਾਏਗੀ। ਪਰਮਾਤਮਾ ਨਾਮ ਸਾਡੇ ਕਾਰਜ ਸਵਾਰਦਾ ਹੈ। ਸੋ ਇਸ ਲਈ ਜਿਨ੍ਹਾਂ ਨੂੰ ਫਿਰ ਹੌਲੀ ਹੌਲੀ ਗਿਆਨ ਹੋ ਜਾਂਦਾ ਹੈ ਕਿ ਪਰਮਾਤਮਾ ਦੇ ਨਾਮ ਵਿੱਚ ਹੀ ਸਭ ਕੁਛ ਹੈ, ਫਿਰ ਦਿਨ ਰਾਤ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ। ਇਸ ਲਈ ਗੁਰੂ ਮਹਾਰਾਜ ਨੇ ਪਰਮਾਤਮਾ ਅੱਗੇ ਬੇਨਤੀ ਕੀਤੀ ਹੈ, ਨਾਨਕ ਕੀ ਬੇਨੰਤੀ ਹਰ ਪੈ, ਹਰ ਪੈ, ਹਰ ਦੀ ਕੋਲ, ਹਰੀ ਦੇ ਕੋਲ। ਗੁਰੂ ਮਹਾਰਾਜ ਕੇ ਸਾਡੀ ਬੇਨਤੀ ਹੈ ਆਪਣਾ ਨਾਮ ਜਪਾਓ, ਤੁਸੀਂ ਆਪਣਾ ਨਾਮ ਸਾਡੇ ਤੋਂ ਜਪਵਾਓ। ਰਾਗ ਗੌੜੀ ਮਾਝ ਘਰ ਪਹਿਲਾ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਇਹ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਗੁਰੂ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਉਹਨਾਂ ਨੂੰ ਗੁਰੂ ਵਾਲੇ ਹੋਣਾ ਜ਼ਰੂਰੀ ਹੈ। ਜੇ ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰਨੀ ਫਿਰ ਤਾਂ ਬਾਣੀ ਪੜ੍ਹੀ ਜਾਓ, ਤੁਹਾਡੇ ਸੰਸਾਰਕ ਕੰਮ ਹੋਈ ਜਾਣਗੇ। ਕਿੰਨੇ ਹੀ ਮੇਰੇ ਕੋਲ ਆਉਂਦੇ ਨੇ, ਉਹ ਕੋਈ ਅੰਮ੍ਰਿਤਧਾਰੀ ਨਹੀਂ ਹੈਗੇ, ਅਸੀਂ ਉਹਨਾਂ ਨੂੰ ਬਾਣੀ ਦਿੰਦੇ ਹਾਂ ਵੀ ਆ ਜਾਪ ਕਰ, ਉਹਨਾਂ ਦੇ ਕਾਰਜ ਹੋ ਜਾਂਦੇ ਨੇ। ਜੇ ਤਾਂ ਸਿਰਫ ਸੰਸਾਰਕ ਕੰਮ ਕਰਾਉਣੇ ਨੇ ਫਿਰ ਤਾਂ ਬਾਣੀ ਪੜ੍ਹੀ ਜਾ, ਤੁਹਾਡੇ ਹੋ ਜਾਣਗੇ। ਪਰ ਜੇ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਹੋ ਜਾਏ ਤਾਂ ਫਿਰ ਗੁਰੂ ਵਾਲੇ ਬਣਨਾ ਪੈਣਾ। ਫਿਰ ਗੁਰੂ ਮਹਾਰਾਜ ਗੁਰਮੰਤਰ ਦੇਣਗੇ, ਫਿਰ ਉਸ ਗੁਰਮੰਤਰ ਦਾ ਜਾਪ ਕਰ ਕਰਕੇ ਆਪਾਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਸੋ ਗੁਰੂ ਦੀ ਕਿਰਪਾ ਤਾਂ ਹੀ ਹੋਵੇਗੀ ਜੇ ਅਸੀਂ ਗੁਰੂ ਵਾਲੇ ਹੋਵਾਂਗੇ। ਦੀਨ ਦਿਆਲ ਦਮੋਦਰ ਰਾਇਆ ਜੀਓ, ਕੋਟ ਜਨਾ ਕਰ ਸੇਵ ਲਗਾਇਆ ਜੀਓ। ਹੇ ਦੀਨਾ ਤੇ ਦਇਆ ਕਰਨ ਵਾਲੇ ਦਮੋਦਰ ਪਰਮਾਤਮਾ। ਦਮੋਦਰ ਦਾ ਸ਼ਬਦੀ ਅਰਥ ਹੈ ਦਾਮ ਉਦਰ। ਇਹ ਦੋ ਸ਼ਬਦਾਂ ਤੋਂ ਬਣੇ ਦਾਮ ਉਦਰ। ਦਾਮ ਹੁੰਦੀ ਹੈ ਰੱਸੀ, ਉਦਰ ਮੈਨੇ ਪੇਟ, ਜਿਹਦੇ ਪੇਟ ਦੇ ਦੁਆਲੇ ਰੱਸੀ ਬੰਨੀ ਹੋਈ ਹੈ। ਕ੍ਰਿਸ਼ਨ ਮਹਾਰਾਜ ਇਸ ਤਰ੍ਹਾਂ ਕਰਿਆ ਕਰ ਛੋਟੀ ਉਮਰ 'ਚ, ਇਸ ਲਈ ਉਹਨਾਂ ਦਮੋਦਰ ਵੀ ਕਹਿੰਦੇ ਸੀ। ਜਿੰਨੇ ਵੀ ਇਹ ਨਾਮ ਆਏ ਨੇ, ਰਾਮ ਜੋ ਵੀ ਹੈ, ਇਹ ਸਾਰੇ ਸਿੱਖ ਧਰਮ 'ਚ ਪਰਮਾਤਮਾ ਲਈ ਆਏ ਹੋਏ ਹਨ। ਦੀਨ ਦਿਆਲ ਦਮੋਦਰ ਰਾਇਆ ਜੀ, ਹੈ ਪਰਮਾਤਮਾ
ਤੂੰ ਦੀਨਾ ਤੇ ਦਇਆ ਕਰਨ ਵਾਲਾ ਹੈ। ਕੋੜ ਜਨਾ ਕਰ ਸੇਵ ਲਗਾਇਆ ਜੀਓ, ਤੂੰ ਕਰੋੜਾਂ ਇਹ ਜੀ ਪੈਦਾ ਕੀਤੇ ਨੇ ਅਤੇ ਉਹਨਾਂ ਦੇ ਵਿੱਚੋਂ ਤੂੰ ਆਪਣੀ ਸੇਵਾ 'ਤੇ ਲਾਇਆ ਹੋਇਆ ਹੈ। ਭਗਤ ਵੱਛਲ ਤੇਰਾ ਬਿਰਧ ਰਖਾਇਆ। ਬਿਰਧ ਦਾ ਸੁਭਾਅ, ਉਹ ਸੁਭਾਅ ਜਿਹੜਾ ਕਦੇ ਨਾ ਬਦਲੇ। ਸਾਡੇ ਸੁਭਾਅ ਨੂੰ ਬਿਰਧ ਨਹੀਂ ਕਿਹਾ ਜਾਂਦਾ। ਸਾਡਾ ਸੁਭਾਅ ਸਵੇਰੇ ਹੋਰ, ਦੁਪਹਿਰੇ ਹੋਰ, ਸ਼ਾਮ ਨੂੰ ਹੋਰ, ਜਵਾਨੀ 'ਚ ਹੋਰ, ਬਚਪਨ 'ਚ ਹੋਰ, ਬੁਢਾਪੇ 'ਚ ਹੋਰ। ਸਾਡਾ ਸੁਭਾਅ ਬਦਲਦਾ ਰਹਿੰਦਾ ਹੈ। ਪਰਮਾਤਮਾ ਦਾ ਸੁਭਾਅ ਨਹੀਂ ਬਦਲਦਾ, ਕਿਉਂਕਿ ਪਰਮਾਤਮਾ ਆਪ ਹੀ ਨਹੀਂ ਬਦਲਦਾ। ਪਰਮਾਤਮਾ ਦੇ ਸਮੇਂ ਦਾ ਕੋਈ ਅਸਰ ਨਹੀਂ, ਸਾਡੇ 'ਤੇ ਸਮੇਂ ਦਾ ਅਸਰ ਹੈ। ਸਮੇਂ ਦੇ ਅਸਰ ਕਰਕੇ ਅਸੀਂ ਬਚਪਨ ਤੋਂ ਜਵਾਨੀ 'ਚ ਆ ਗਏ, ਜਵਾਨੀ 'ਚ ਬੁਢਾਪੇ 'ਚ ਆ ਗਏ, ਬੁਢਾਪੇ ਤੋਂ ਡੈਥ ਹੋ ਜਾਏਗੀ। ਪਰ ਪਰਮਾਤਮਾ ਦੇ ਸਮੇਂ ਦਾ ਅਸਰ ਹੀ ਕੋਈ ਨਹੀਂ। ਇਸ ਲਈ ਨਾ ਪਰਮਾਤਮਾ ਬਦਲਦਾ ਹੈ, ਨਾ ਉਹਦਾ ਸੁਭਾਅ ਬਦਲਦਾ। ਅਤੇ ਉਹਦਾ ਸੁਭਾਅ ਕੀ ਹੈ? ਭਗਤ ਵੱਛਲ। ਵੱਛਲ ਹੁੰਦਾ ਪਿਆਰ ਕਰਨ ਵਾਲਾ, ਜਿਹੜਾ ਭਗਤਾਂ ਨੂੰ ਪਿਆਰ ਕਰਦਾ। ਇਹ ਪਰਮਾਤਮਾ ਤੇਰਾ ਸੁਭਾਅ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ। ਭਗਤ ਵੱਛਲ ਤੇਰਾ ਬਿਰਧ ਰਖਾਇਆ ਜੀ। ਤੇਰਾ ਸੁਭਾਅ ਹੈ ਕਿ ਤੂੰ ਆਪਣੇ ਭਗਤਾਂ ਨੂੰ ਪਿਆਰ ਕਰਦਾ। ਜਦੋਂ ਆਪਾਂ ਭਜਨ ਬੰਦਗੀ ਕਰਦੇ ਹਾਂ, ਸਾਨੂੰ ਰੱਬ ਪਿਆਰ ਕਰਦਾ। ਹੁਣ ਜਿਹਨੂੰ ਰੱਬ ਪਿਆਰ ਕਰੇਗਾ ਉਹਨੂੰ ਹੋਰ ਦੱਸੋ ਕੀ ਚਾਹੀਦਾ? ਸੰਸਾਰ ਦੀ ਐਡੀ ਵੱਡੀ ਸ਼ਕਤੀ ਜਿਹਨੂੰ ਪਿਆਰ ਕਰੇ ਉਹਨੂੰ ਹੋਰ ਕੀ ਚਾਹੀਦਾ? ਸੋ ਇਸ ਲਈ ਭਜਨ ਬੰਦਗੀ ਕਰੀ ਜਾਈਦੀ ਜਿੰਨਾ ਵੀ ਹੋ ਸਕੇ। ਹੌਲੀ ਹੌਲੀ ਫਿਰ ਆਪੇ ਕਿਰਪਾ ਹੋ ਜਾਂਦੀ ਹੈ। ਪੂਰਨ ਸਭਨੀ ਜਾਈ ਜੀਅ। ਜਾਈ ਹੁੰਦਾ ਥਾਵਾਂ, ਪੂਰਨ ਮਨੇ ਵਸਦਾ ਹੈ। ਪਰਮਾਤਮਾ ਸਾਰੀਆਂ ਥਾਵਾਂ 'ਤੇ ਵਸਦਾ ਹੈ। ਪੂਰਨ ਸਭਨੀ ਜਾਈ ਜੀਅ। ਇੱਕ ਤਾਂ ਦਾ ਪੂਰਨ ਕੰਪਲੀਟ ਉਹ ਭਾਵ ਨਹੀਂ ਹੈ, ਇੱਥੇ ਪਰਿਪੂਰਨ ਤੋਂ ਭਾਵ ਹੈ ਜਿਹੜਾ ਸਭ ਥਾਵਾਂ 'ਤੇ ਵਸਦਾ ਹੈ। ਪਰਮਾਤਮਾ ਹੈ, ਪਰਮਾਤਮਾ ਤੂੰ ਸਾਰੇ ਥਾਵਾਂ 'ਤੇ ਵਸਦਾ ਹੈ। ਜਿੱਥੇ ਵੀ ਤੇਰਾ ਭਗਤ ਹੈ ਉੱਥੇ ਉਸਨੂੰ ਤੂੰ ਪਿਆਰ ਕਰਦਾ ਹੈ। ਕਿਉਂ ਪੇਖਾਂ ਪ੍ਰੀਤਮ ਕਵਨ ਸੁਕਰਨੀ ਜੀਓ। ਕਰਨੀ ਹੁੰਦਾ ਕੰਮ, ਸੁਕਰਨੀ ਮੈਨੇ ਚੰਗੇ ਕੰਮ। ਕਵਨ ਸੁਕਰਨੀ ਜੀਓ, ਕਿਹੜੇ ਚੰਗੇ ਕੰਮਾਂ ਕਾਰਨ ਹੈ ਪਰਮਾਤਮਾ ਮੈਂ ਤੈਨੂੰ ਵੇਖ ਸਕਦਾ ਹਾਂ। ਕਿਉਂ ਪੇਖਾਂ ਪ੍ਰੀਤਮ ਕਵਨ ਸੁਕਰਮੀ ਜੀਓ, ਕਿਹੜੇ ਚੰਗੇ ਕਰਮਾਂ ਨਾਲ ਮੈਂ ਆਪਣੇ ਪਿਆਰੇ ਨੂੰ ਵੇਖ ਸਕਦਾ ਹਾਂ। ਉੱਤਰ ਦਿੱਤਾ ਫਿਰ, ਸੰਤਾਂ ਦਾਸੀ ਸੇਵਾ ਚਰਨੀ ਜੀ। ਸੰਤਾਂ ਦੇ ਦਾਸ ਹੋ ਜਾਓ ਅਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰੋ। ਸੰਤਾਂ ਦੇ ਸੇਵਕ ਹੋ ਜਾਓ, ਸੰਤਾਂ ਦੀ ਸੇਵਾ ਕਰੋ। ਫਿਰ ਜਿਹੜਾ ਹੈ ਪਰਮਾਤਮਾ ਦੇ ਦਰਸ਼ਨ ਸੰਤਾਂ ਦੀ ਕਿਰਪਾ ਨਾਲ ਹੋ ਜਾਣਗੇ। ਇਹ ਜੀਓ ਬਤਾਈ ਬਲ ਬਲ ਜਾਈ ਜੀਓ। ਬਤਾਈ ਹੁੰਦਾ ਬਲਿਹਾਰ ਕਰਨਾ, ਵਾਰਨਾ। ਮੈਂ ਆਪਣੀ ਜਿੰਦ ਸੰਤਾਂ ਤੋਂ ਵਾਰਦਾ ਹਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਤਿਸ ਨਿਵ ਨਿਵ ਲਾਗੋਂ ਪਾਈ ਜੀਓ। ਮੈਂ ਆਪਣੀ ਜਿੰਦ ਪਰਮਾਤਮਾ ਤੋਂ ਵਾਰਦਾ ਹਾਂ, ਪਰਮਾਤਮਾ ਤੋਂ ਮੈਂ ਬਲਿਹਾਰ ਜਾਂਦਾ ਹਾਂ। ਤਿਸ ਨਿਵ ਨਿਵ ਲਾਗੋਂ ਪਾਈ ਜੀਓ। ਮੈਂ ਝੁਕ ਝੁਕ ਉਹਦੇ ਪੈਰੀਂ ਲੱਗਦਾ ਹਾਂ, ਪੈਰੀ ਪੈਨਾ ਮੈਂ। ਪੋਥੀ ਪੰਡਿਤ ਵੇਦ ਖੋਜੰਤਾ ਜੀਓ। ਜਿਹੜਾ ਪੰਡਿਤ ਹੈ ਇਹ ਪੋਥੀਆਂ ਦੀ ਖੋਜ ਕਰਦਾ, ਪੋਥੀਆਂ ਪੜ੍ਹਦਾ ਹੈ, ਵੇਦਾਂ ਨੂੰ ਪੜ੍ਹਦਾ ਹੈ। ਹੋਏ ਬੈਰਾਗੀ ਤੀਰਥ ਨਵੰਤਾ ਜੀਓ। ਅਤੇ ਕੋਈ ਘਰ ਬਾਰ ਛੱਡ ਕੇ ਬੈਰਾਗੀ ਹੋ ਜਾਂਦਾ ਹੈ, ਉਹ ਤੀਰਥਾਂ 'ਤੇ ਜਾ ਕੇ ਨਹਾਉਂਦਾ ਹੈ। ਕੋਈ ਤਾਂ ਵੇਦਾਂ ਦੀ ਖੋਜ ਕਰਦਾ ਹੈ, ਧਾਰਮਿਕ ਪੁਸਤਕਾਂ ਦੀ ਖੋਜ ਕਰਦਾ ਹੈ। ਕੋਈ ਬੈਰਾਗੀ ਹੋ ਕੇ ਤੀਰਥਾਂ 'ਤੇ ਜਾ ਕੇ ਨਹਾਉਂਦਾ ਹੈ। ਗੀਤ ਨਾਦ ਕੀਰਤਨ ਗਵੰਤਾ ਜੀਓ। ਕੋਈ ਗੀਤ ਗਾਉਂਦਾ ਹੈ, ਨਾਦ ਕੋਈ ਸੰਗੀਤ ਵਜਾਉਂਦਾ ਹੈ, ਕੋਈ ਕੀਰਤਨ ਕਰਦਾ ਹੈ। ਹਰ ਨਿਰਭਉ ਨਾਮ ਧਿਆਈ ਜੀਓ। ਪਰ ਮੈਂ ਤਾਂ ਪਰਮਾਤਮਾ ਦਾ ਨਾਮ ਜਪਦਾ। ਤੱਤ ਕੱਢਿਆ ਕਹਿੰਦੇ ਕੋਈ ਤਾਂ ਵੇਦ ਪੜ੍ਹਦਾ, ਕੋਈ ਹੋਰ ਧਾਰਮਿਕ ਪੋਥੀਆਂ ਪੜ੍ਹਦਾ ਹੈ, ਕੋਈ ਘਰ ਪਰ ਛੱਡ ਕੇ ਬੈਰਾਗੀ ਹੋ ਗਿਆ ਹੈ, ਉਹ ਤੀਰਥਾਂ ਜਾ ਕੇ ਇਸ਼ਨਾਨ ਕਰਦਾ ਹੈ। ਕੋਈ ਗੀਤ ਗਾ ਰਿਹਾ ਹੈ, ਕੋਈ ਸੰਗੀਤ ਵਜਾ ਰਿਹਾ ਹੈ, ਕੋਈ ਕੀਰਤਨ ਕਰ ਰਿਹਾ ਹੈ। ਪਰ ਮੈਂ ਤਾਂ ਹਰ ਨਿਰਭਉ ਨਾਮ ਧਿਆਈ ਜੀਓ। ਉਹ ਪਰਮਾਤਮਾ ਜੋ ਨਿਰਭਉ ਹੈ, ਮੈਂ ਤਾਂ ਉਸ ਦਾ ਨਾਮ ਜਪਦਾ ਹੂੰ। ਜਿਵੇਂ ਕਬੀਰ ਸਾਹਿਬ ਕਹਿੰਦੇ ਜਿਹੜੇ ਵਾਜੇ ਨਾਲ ਗਾਉਂਦੇ ਨੇ
ਉਹ ਪਹਿਲਾਂ ਸੁਰਾਂ ਸੈੱਟ ਕਰਦੇ ਨੇ। ਜਿੰਨੀ ਦੇਰ ਨੂੰ ਉਹ ਸੁਰਾਂ ਸੈੱਟ ਕਰਦੇ ਨੇ, ਕਹਿੰਦੇ ਉਹਨੇ ਚਿਰ ਮੈਂ ਕਿੰਨੀ ਵਾਰ ਰਾਮ ਰਾਮ ਕਹਿ ਲੈਣਾ ਹੁਣ, ਕਿ ਮੈਨੂੰ ਲੋੜ ਹੀ ਨਹੀਂ ਬਾਜਿਆਂ ਬੂਜਿਆਂ ਦੀ, ਹੁਣ ਇੰਨਾ ਟਾਈਮ ਲੱਗੇਗਾ, ਤਬਲੇ ਵਾਲਾ ਵੀ ਸੈੱਟ ਕਰਾਂਗਾ, ਬਾਜੇ ਦੇ ਸੁਰਾਂ ਵੀ ਠੀਕ ਕਰਾਂਗਾ ਨਾ, ਕਦੇ ਮੈਂ ਤਾਂ ਨਾਮ ਜਪਦਾ ਰਹਿਣਾ। ਪਏ ਕਿਰਪਾਲ ਸੁਆਮੀ ਮੇਰੇ ਜੀਓ, ਪਤਿਤ ਪਵਿੱਤ ਲੱਗ ਗੁਰ ਕੇ ਪੈਰੇ ਜੀਓ। ਕਹਿੰਦੇ ਮੇਰਾ ਜਦੋਂ ਸਵਾਮੀ ਮੇਰੇ 'ਤੇ ਕਿਰਪਾਲੂ ਹੋ ਗਿਆ, ਪਰਮਾਤਮਾ ਮੇਰੇ 'ਤੇ ਕਿਰਪਾਲੂ ਹੋ ਗਿਆ, ਫਿਰ ਕੀ ਹੋਇਆ? ਪਤਿਤ ਪਵਿੱਤ ਲੱਗ ਗੁਰ ਕੇ ਪੈਰੇ ਜੀਓ। ਗੁਰੂ ਦੇ ਚਰਨਾਂ ਨਾਲ ਜੁੜ ਕੇ ਕਹਿੰਦੇ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ। ਜੋ ਗੁਰੂ ਦੀ ਸ਼ਰਨ 'ਚ ਆ ਜਾਂਦਾ ਹੈ, ਗੁਰੂ ਦੇ ਚਰਨੀ ਲੱਗਦਾ ਹੈ, ਉਹ ਪਤਿਤ ਪਾਪੀ ਪਵਿੱਤਰ ਹੋ ਜਾਂਦੇ ਹਨ। ਭ੍ਰਮ ਪਉ ਕਾਟ ਕੀਏ ਨਿਰਵੈਰੈ ਜੀਓ। ਪਰਮਾਤਮਾ ਉਹਨਾਂ ਦੇ ਭਰਮ, ਗੁਰੂ ਮਹਾਰਾਜ ਉਹਨਾਂ ਦੇ ਭਰਮ, ਉਹਨਾਂ ਦਾ ਭਾਉ ਕੱਟ ਕੇ ਉਹਨਾਂ ਨੂੰ ਨਿਰਵੈਰ ਕਰ ਦਿੰਦੇ ਨੇ। ਡਰ ਕਦੋਂ ਲੱਗਦਾ? ਜਦੋਂ ਭਰਮ ਹੋਵੇ। ਜਦੋਂ ਭਰਮ ਹੀ ਕੋਈ ਨਹੀਂ, ਫਿਰ ਡਰ ਨਹੀਂ ਲੱਗਿਆ ਕਰਦਾ। ਉਦਾਹਰਣ ਵੀ ਦਿੱਤੀ ਹੈ ਗੁਰਬਾਣੀ 'ਚ ਕਿ ਮੂੰਹ ਹਨੇਰਾ ਹੈ, ਵਿਹੜੇ 'ਚ ਰੱਸੀ ਪਈ ਹੈ, ਬੰਦਾ ਉੱਠਿਆ, ਉਹਨੂੰ ਲੱਗਿਆ ਸੱਪ ਹੈ, ਹੈਗੀ ਰੱਸੀ, ਸੱਪ ਦਾ ਭਰਮ ਹੋ ਗਿਆ। ਉਹਨਾਂ ਚਿਰ ਡਰੇਗਾ ਕਿਤੇ ਅੰਦਰ ਨਾ ਵੜੇ, ਕਿਤੇ ਡੰਗ ਨਾ ਮਾਰੇ। ਜਦੋਂ ਚਾਨਣ ਕਰਦਾ ਹੈ ਫਿਰ ਦੇ ਦਿਓ ਉਹ ਇਹ ਤਾਂ ਰੱਸੀ ਹੈ, ਭਰਮ ਖਤਮ ਹੋ ਗਿਆ, ਇਹ ਡਰ ਖਤਮ ਹੋ ਗਿਆ। ਅਸੀਂ ਕਿਉਂਕਿ ਭਰਮ ਵਿੱਚ ਹਾਂ, ਇਸ ਲਈ ਅਸੀਂ ਅਜੇ ਡਰਦੇ ਹਾਂ। ਆ ਜਿਹੜੇ ਸ਼ਹੀਦ ਹੁੰਦੇ ਨੇ ਇਹ ਭਰਮ ਤੋਂ ਰਹਿਤ ਹੋ ਜਾਂਦੇ ਨੇ, ਇਹਨਾਂ ਦਾ ਡਰ ਹੀ ਖਤਮ ਹੋ ਜਾਂਦਾ। ਸੋ ਇਸ ਲਈ ਕਹਿੰਦੇ ਗੁਰੂ ਦੇ ਚਰਨੀ ਲੱਗ ਕੇ ਫਿਰ ਕਹਿੰਦੇ ਪਤਿਤ ਵੀ ਪਵਿੱਤਰ ਹੋ ਜਾਂਦੇ ਨੇ। ਗੁਰੂ ਮਹਾਰਾਜ ਕੀ ਕਰਦੇ ਨੇ? ਉਹਦੇ ਭਰਮ ਅਤੇ ਭਾਵ ਕੱਢ ਦਿੰਦੇ ਨੇ ਅਤੇ ਉਹਨੂੰ ਨਿਰਵੈਰ ਕਰ ਦਿੰਦੇ ਨੇ। ਉਹ ਵੈਰ ਰਹਿਤ ਹੋ ਜਾਂਦਾ, ਕਿਸੇ ਨਾਲ ਵੈਰ ਹੀ ਨਹੀਂ ਉਹਦਾ ਰਹਿੰਦਾ। ਗੁਰ ਮਨ ਕੀ ਆਸ ਪੁਰਾਈ ਜੀ। ਗੁਰੂ ਮਹਾਰਾਜ ਕੀ ਕਰਦੇ? ਮਨ ਦੀ ਇੱਛਾ ਪੂਰੀ ਕਰ ਦਿੰਦੇ, ਪੂਰੀ ਕਰ ਦਿੰਦੇ। ਗੁਰੂ ਮਹਾਰਾਜ ਮਨ ਦੀ ਇੱਛਾ ਪੂਰੀ ਕਰ ਦਿੰਦੇ ਹਨ। ਜਿਨ ਨਾਮ ਪਾਇਆ ਸੋ ਧਨਵੰਤਾ ਜੀਓ। ਜਿਹਨੂੰ ਨਾਮ ਦੀ ਪ੍ਰਾਪਤੀ ਹੋ ਗਈ ਤੇ ਧਨਵਾਨ ਹੋ ਗਿਆ, ਕਿਉਂਕਿ ਨਾਮ ਧਨ ਹੈ ਆਪਣੇ ਆਪ 'ਚ। ਦੋ ਹੀ ਧਨ ਨੇ ਸੰਸਾਰ 'ਚ, ਇੱਕ ਸੰਸਾਰੀ ਧਨ ਹੈ ਰੁਪਇਆ ਪੈਸਾ, ਇੱਕ ਨਾਮ ਧਨ ਹੈ। ਜਿਹਦੇ ਕੋਲ ਨਾਮ ਧਨ ਹੁੰਦਾ ਉਹਨੂੰ ਕਹਿੰਦੇ ਧਨਵਾਨ ਹੁੰਦਾ, ਉਹ ਧਨਵੰਤਾ ਧਨਵਾਨ। ਜਿਹਨੇ ਨਾਮ ਪਾਇਆ, ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਗਈ, ਸੋ ਧਨਵੰਤਾ ਜੀਓ, ਉਹ ਧਨਵਾਨ ਹੋ ਗਿਆ ਹੈ। ਜਿਹਨੇ ਪ੍ਰਭ ਧਿਆਇਆ ਸੋ ਸੋਭਾਵੰਤਾ ਜੀ। ਜਿਹਨੇ ਪਰਮਾਤਮਾ ਦਾ ਨਾਮ ਜਪਿਆ ਉਹਦੀ ਵਡਿਆਈ ਹੋਣ ਲੱਗ ਪਈ, ਸੋਭਾਵੰਤ ਹੋ ਗਿਆ, ਉਹਦੀ ਸੋਭਾ ਹੁੰਦੀ ਹੈ। ਜਿਹੜਾ ਨਾਮ ਜਪਦਾ ਸੰਸਾਰ ਉਹਦੀ ਵਡਿਆਈ ਕਰਦਾ। ਦੇਖੋ ਹਰ ਇਨਸਾਨ ਵਡਿਆਈ ਚਾਹੁੰਦਾ ਹੈ, ਟੂ ਬੀ ਵੈਰੀ ਫਰੈਂਕ, ਇਹ 'ਚ ਕੋਈ ਸ਼ੱਕ ਨਹੀਂ। ਹਰ ਇਨਸਾਨ ਵਡਿਆਈ ਚਾਹੁੰਦਾ ਹੈ। ਗੁਰੂ ਮਹਾਰਾਜ ਜਿਹੜਾ ਨਾਮ ਜਪਦਾ ਰਹਿੰਦਾ ਉਹਦੀ ਆਪਣੇ ਆਪ ਹੀ ਵਡਿਆਈ ਹੋਣ ਲੱਗ ਜਾਂਦੀ, ਉਹ ਸੋਭਾਵੰਤ ਹੋ ਜਾਂਦਾ ਹੈ। ਜਿਸ ਸਾਧੂ ਸੰਗਤ ਤੇ ਸਭ ਸੁਕਰਨੀ ਜੀ। ਜਿਹਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਏ ਉਹ ਸਾਰੇ ਸ਼ੁਭ ਕਰਮ ਹੋ ਜਾਂਦੇ, ਸੁਕਰਨੀ। ਉਹਦੇ ਜਿੰਨੇ ਕਰਮ ਨੇ ਉਹ ਸ਼ੁਭ ਹੋ ਜਾਂਦੇ ਆਪਣੇ ਆਪ ਹੀ, ਉਹ ਮਾੜੇ ਕਰਮ ਕਰਦੇ ਹੀ ਨਹੀਂ ਹੈਗੇ। ਜਿਹੜਾ ਗੁਰੂ ਦੀ ਸੰਗਤ ਵਿੱਚ ਰਹਿੰਦਾ ਹੈ, ਕਿਸੇ ਸਾਧੂ ਦੀ ਸੰਗਤ 'ਚ ਰਹਿੰਦਾ ਹੈ, ਤਿਸ ਸਭ ਸੁਕਰਨੀ ਜੀਓ, ਉਹਦੇ ਕਰਮ ਸਾਰੇ ਹੀ ਵਧੀਆ ਹੋ ਜਾਂਦੇ ਹਨ। ਜਨ ਨਾਨਕ ਸਹਿਜ ਸਮਾਈ ਜੀਓ। ਫਿਰ ਉਹ ਕੀ ਕਰਦਾ? ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ, ਸਹਿਜ ਅਵਸਥਾ 'ਚ ਲੀਨ ਹੋ ਜਾਂਦਾ। ਸਹਿਜ ਅਵਸਥਾ ਲੀਨ ਹੋ ਜਾਂ ਪਰਮਾਤਮਾ 'ਚ ਲੀਨ ਹੋਣਾ ਇੱਕੋ ਹੀ ਗੱਲ ਹੈ। ਇਹੋ ਜਿਹਾ ਵਿਅਕਤੀ ਫਿਰ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ। ਕੌਣ? 4 ਨੰਬਰ ਤੋਂ ਬਾਅਦ ਗੁਰੂ ਮਹਾਰਾਜ, ਜਿਹਨੇ ਨਾਮ ਪਾਇਆ ਸੋ ਧਨਵੰਤਾ ਜੀਓ। ਜਿਹਨੂੰ ਨਾਮ ਦੀ ਪ੍ਰਾਪਤੀ ਹੋ ਗਈ ਉਹ ਧਨਵਾਨ ਹੋ ਗਿਆ। ਜਿਹਨੇ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ। ਜਿਹਨੇ ਪਰਮਾਤਮਾ ਦਾ ਨਾਮ ਜਪਿਆ ਉਹ ਸੋਭਾਵੰਤ ਹੋ ਗਿਆ। ਜਿਸ ਸਾਧੂ ਸੰਗਤ ਤੇ ਸਭ ਸੁਕਰਨੀ ਜੀਓ। ਜਿਹਨੂੰ ਗੁਰੂ ਦੀ ਸੰਗਤ ਮਿਲ ਗਈ ਉਹਦੇ ਸਾਰੇ ਕਰਮ ਸ਼ੁਭ ਹੋ ਗਏ। ਜਨ ਨਾਨਕ ਸਹਿਜ ਸਮਾਈ ਜੀਓ। ਇਹੋ ਜਿਹਾ ਵਿਅਕਤੀ ਫਿਰ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿਨ ਨਾਮ ਪਾਇਆ ਸੋ ਧਨਵੰਤਾ ਜੀਓ।
ਜਿਨ ਨਾਉ ਪਾਇਆ ਸੋ ਤਨਵੰਤਾ ਜੀਓ। ਜਿਨ ਨਾਉ ਪਾਇਆ ਸੋ ਤਨਵੰਤਾ ਜੀਓ। ਜਿਨ ਨਾਉ ਪਾਇਆ ਸੋ ਤਨਵੰਤਾ ਜੀਓ। ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ 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 ਜੀਓ। ਜਿਸ ਸਾਧੂ ਸੰਗਤ ਤਿਸ ਸਭ ਸੁਕਰਨੀ 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 ਜੀਓ। ਜਨ ਨਾਨਕ ਸਹਿਜ ਸਮਾਈ 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 ਜੀਓ। ਗੌੜੀ ਮਹੱਲਾ ਪੰਜਵਾਂ। ਮਾਝ। ਆਓ ਹਮਾਰੇ ਰਾਮ ਪਿਆਰੇ ਜੀਓ। ਰੈਣ ਦਿਨਸ ਸਾਸ ਸਾਸ ਚਿਤਾਰੇ ਜੀਓ। ਹਾਂ ਮਾਝ ਜੀ, ਕਿਤੇ ਕਿਤੇ ਮਾਝ ਲਿਖੇ ਉਹਨਾਂ ਨੇ ਬਸ। ਆਓ ਹਮਾਰੇ ਰਾਮ ਪਿਆਰੇ। ਹੇ ਪਿਆਰੇ ਰਾਮ, ਤੁਸੀਂ ਸਾਡੇ ਹਿਰਦੇ 'ਚ ਆਓ। ਤੁਸੀਂ ਸਾਡੇ ਹਿਰਦੇ 'ਚ ਆ ਕੇ ਵਸੋ। ਹੇ ਪਿਆਰੇ ਰਾਮ, ਹੇ ਪਿਆਰੇ ਪਰਮਾਤਮਾ, ਤੁਸੀਂ ਸਾਡੇ ਹਿਰਦੇ 'ਚ ਆ ਵਸੋ। ਰਹਿਣ ਦਿਨਸ ਸਾਸ ਸਾਸ ਚਿਤਾਰੇ ਜੀਓ। ਮੇਰਾ ਮਨ ਦਿਨ ਰਾਤ, ਰਹਿਣ ਮਨ ਰਾਤ ਹਿੰਦੀ ਦਾ ਸ਼ਬਦ ਹੈ। ਰਹਿਣ ਦਿਨਸ ਦਿਨ ਰਾਤ, ਸਾਸ ਸਾਸ ਸਵਾਸ ਸਵਾਸ ਚਿਤਾਰੇ ਜੀਓ। ਮੇਰਾ ਮਨ ਤੈਨੂੰ ਯਾਦ ਕਰਦਾ। ਮੇਰਾ ਮਨ ਤੈਨੂੰ ਦਿਨ ਰਾਤ ਸਵਾਸ ਸਵਾਸ ਯਾਦ ਕਰਦਾ ਹੈ। ਇਸ ਲਈ ਤੁਸੀਂ ਆ ਕੇ ਮੇਰੇ ਹਿਰਦੇ 'ਚ ਵਸ ਜਾਓ। ਸੰਤ ਦਿਓ ਸੰਦੇਸ਼ਾ ਪੈ ਚਰਨਾਰੇ ਜੀਓ। ਸੰਤ ਦਿਓ ਸੰਦੇਸ਼ਾ ਪੈ ਚਰਨਾਰੇ ਜੀਓ। ਮੈਂ ਸੰਤਾਂ ਦੇ ਚਰਨੀ ਲੱਗ ਕੇ ਤੇਰੇ ਕੋਲ ਸੰਦੇਸ਼ਾ ਭੇਜਦਾ। ਕਹਿੰਦੇ ਮੈਂ ਤਾਂ ਭੇਜ ਨਹੀਂ ਸਕਦਾ, ਸੰਤ ਮੇਰਾ ਸੁਨੇਹਾ ਤੇਰੇ ਕੋਲੇ ਭੇਜਣਗੇ। ਸੰਤ ਦਿਓ ਸੰਦੇਸ਼ਾ ਪੈ ਚਰਨਾਰੇ ਜੀਓ। ਮੈਂ ਸੰਤਾਂ ਦੇ ਚਰਨੀ ਲੱਗ ਕੇ ਤੈਨੂੰ ਸੁਨੇਹਾ ਭੇਜਦਾ ਹਾਂ। ਤੁਧ ਬਿਨ ਕਿਤ ਬਿਦ ਤਰੀਆ ਜੀਓ। ਕਿ ਹੇ ਪਰਮਾਤਮਾ, ਤੇਰੇ ਤੋਂ ਬਿਨਾਂ ਅਸੀਂ ਕਿਸ ਤਰੀਕੇ ਨਾਲ ਤਰ ਸਕਦੇ ਹਾਂ। ਤੇਰੇ ਤੋਂ ਬਿਨਾਂ ਅਸੀਂ ਇਸ ਭਾਵ ਸਾਗਰ ਤੋਂ ਨਹੀਂ ਤਰ ਸਕਦੇ ਹਾਂ। ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ। ਮੈਂ ਤੁਹਾਡੀ ਸੰਗਤ 'ਚ ਰਹਿ ਕੇ ਆਨੰਦ ਮਾਣ ਸਕਦਾ ਹਾਂ। ਹੇ ਪਰਮਾਤਮਾ, ਮੈਂ ਤੁਹਾਡੀ ਸੰਗਤ 'ਚ ਰਹਿ ਕੇ ਆਨੰਦ ਮਾਣ ਸਕਦਾ ਹਾਂ। ਵਣ ਤ੍ਰਿਣ ਤ੍ਰਿਭਵਨ ਸੁਖ ਪਰਮਾਨੰਦਾ ਜੀਓ। ਕਹਿੰਦੇ ਵਣ ਤ੍ਰਿਣ ਤ੍ਰਿਭਵਨ ਭਾਵ ਸਾਰੀ ਬਨਸਪਤੀ, ਸਾਰੇ ਦਰਖਤ, ਸਾਰੀ ਬਨਸਪਤੀ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ। ਪਰਮਾਤਮਾ ਸਾਰੀ ਬਨਸਪਤੀ 'ਚ ਵਸਦਾ ਹੈ। ਇਸ ਲਈ ਮੈਨੂੰ ਸੁੱਖ ਮਹਿਸੂਸ ਹੁੰਦਾ ਵੀ ਉਹ ਤਾਂ ਸਭ ਥਾਂ 'ਤੇ ਹੈ। ਕੋਈ ਐਸੀ ਥਾਂ ਹੀ ਨਹੀਂ ਜਿੱਥੇ ਉਹ ਨਹੀਂ ਹੈਗਾ। ਸੇਜ ਸੁਹਾਵੀ ਇਹ ਮਨ ਬਿਕਸੰਦਾ ਜੀਓ। ਹੁਣ ਮੇਰੀ ਜਿਹੜੀ ਸੇਜ ਹੈ ਭਾਵ ਹਿਰਦਾ ਜਿਹੜਾ ਹੈ ਉਹ ਸੁਹਾਵਨਾ ਹੋ ਗਿਆ ਹੈ। ਇਹ ਮਨ ਬਿਕਸੰਦਾ ਜੀ, ਇਹ ਮਨ ਖਿੜ ਉੱਠਿਆ ਹੈ। ਇਹ ਮਨ ਖੁਸ਼ ਹੋ ਗਿਆ ਹੈ। ਇਹ ਮਨ ਖਿੜ ਉੱਠਿਆ ਹੈ। ਪੇਖ ਦਰਸ਼ਨ ਇਹ ਸੁਖ ਲਈਆ ਜੀ। ਪਰਮਾਤਮਾ ਦਰਸ਼ਨ ਕਰਕੇ ਇਸ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਹੜੇ ਸੁੱਖ ਦੀ? ਕਿ ਜਿਹੜਾ ਹਿਰਦਾ ਰੂਪੀ ਸੇਜਾ ਹੈ ਇਹ ਸੁਹਾਵਨੀ ਹੋ ਗਈ ਹੈ। ਮਨ ਖਿੜ ਉੱਠਿਆ ਹੈ, ਮਨ ਖੁਸ਼ ਹੋ ਗਿਆ, ਕਿਉਂਕਿ ਦਰਸ਼ਨ ਕਰਕੇ ਇਸ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਚਰਨ ਪੁਖਾਰ ਕਰੀ ਨਿਤ ਸੇਵਾ ਜੀਓ। ਚਰਨ ਪੁਖਾਰ ਹੁੰਦਾ ਧੋ ਕੇ। ਪੂਜਾ ਅਰਚਾ ਬੰਧਨ ਦੇਵਾ ਜੀਓ। ਦਾਸਨ ਦਾਸ ਨਾਮ ਜਪ ਲੇਵਾ ਜੀਓ। ਹੈ ਪ੍ਰਮਾਤਮਾ, ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਨਾ ਉਹਨਾਂ ਦੇ ਚਰਨਾਂ ਨੂੰ ਧੋਂਦਾ ਹਾਂ, ਸੇਵਾ ਕਰਦਾ ਹਾਂ। ਪੂਜਾ ਅਰਚਾ ਬੰਧਨ ਦੇਵਾ ਜੀਓ। ਮੇਰੇ ਲਈ ਉਹਨਾਂ ਦੀ ਸੇਵਾ ਕਰਨਾ ਜਿਹੜਾ ਹੈ ਉਹੀ ਪੂਜਾ ਹੈ, ਮੂਰਤੀ ਪੂਜਾ ਹੈ। ਅਰਚਾ, ਕਈ ਵਾਰੀ ਆਪਾਂ ਕੋਈ ਨਾ ਕੋਈ ਫੁੱਲ ਅਰਪਣ ਕਰ ਦਿੰਦੇ ਹਾਂ ਗੁਰੂ ਅੱਗੇ ਲਿਆ ਕੇ। ਬੰਧਨ, ਆਪਣਾ ਬੇਨਤੀ ਕਰਦੇ ਦੋਨੋਂ ਹੱਥ ਜੋੜ ਕੇ। ਮੇਰੇ ਲਈ ਉਹਨਾਂ ਦੀ ਸੇਵਾ ਹੀ ਪੂਜਾ ਹੈ, ਉਹਨਾਂ ਦੀ ਸੇਵਾ ਹੀ ਫੁੱਲ ਭੇਟ ਕਰਨਾ ਹੈ, ਉਹਦੀ ਸੇਵਾ ਹੀ ਨਮਸਕਾਰ ਕਰਨਾ ਹੈ। ਦਾਸਨ ਦਾਸ ਨਾਮ ਜਪ ਲੇਵਾਂ ਜੀਓ। ਮੈਂ ਦਾਸਾਂ ਦਾ ਦਾਸ ਬਣ ਕੇ ਨਾਮ ਜਪਦਾ ਹਾਂ, ਤਾਂ ਜੋ ਮੈਂ ਦਾਸਾਂ ਦਾ ਦਾਸ ਬਣ ਕੇ ਤੇਰਾ ਨਾਮ ਲੈ ਸਕਾਂ। ਮੈਂ ਇਸ ਲਈ ਕਹਿੰਦੇ ਸੇਵਾ ਕਰਦਾ ਹਾਂ। ਬਿਨੂ ਠਾਕੁਰ ਪੈ ਕਹੀ ਹੈ ਜੀਓ। ਕਹਿੰਦੇ ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਹਾਂ। ਜਿਹੜੀ ਬੇਨਤੀ ਕਰਨੀ ਹੈ ਉਹ ਪਰਮਾਤਮਾ ਅੱਗੇ ਕਰਨੀ ਚਾਹੀਦੀ ਹੈ, ਕਿਉਂਕਿ ਸਭ ਕੁਝ ਦਾਤਾ ਤਾਂ ਉਹੀ ਹੈ ਨਸਲ 'ਚ। ਸਿਰਫ ਇੰਨੇ ਕਿ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਅੱਗੇ ਖਲੋ ਕੇ ਪਰਮਾਤਮਾ ਅੱਗੇ ਬੇਨਤੀ ਕੀਤੀ ਜਾਂਦੀ ਹੈ। ਗੁਰੂ ਮਹਾਰਾਜ ਰਾਹੀਂ ਪਰਮਾਤਮਾ ਤੋਂ ਮੰਗਿਆ ਜਾਂਦਾ ਹੈ। ਬਿਨੋ ਠਾਕੁਰ ਪੈ ਕਹੀਏ ਜੀ, ਪਰਮਾਤਮਾ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਇਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ। ਦਰਸ਼ਨ ਪੇਖਤ ਸਭ ਦੁੱਖ ਪਰਿਹਰਿਆ ਜੀਓ। ਮੇਰੀ ਇੱਛਾ ਪੂਰੀ ਹੋ ਗਈ। ਕਾਹਦੀ ਇੱਛਾ ਸੀ? ਪਰਮਾਤਮਾ ਦਰਸ਼ਨਾਂ ਦੀ। ਦਰਸ਼ਨ ਪੇਖਤ, ਪਰਮਾਤਮਾ ਦੇ ਦਰਸ਼ਨ ਕਰਨ ਦੀ ਮੇਰੀ ਜਿਹੜੀ ਇੱਛਾ ਸੀ ਉਹ ਪੁੰਨੀ ਹੁੰਦੀ, ਪੂਰੀ ਹੋ ਗਈ। ਮਨ ਤਨ ਹਰਿਆ ਜੀਓ, ਮੇਰਾ ਮਨ ਅਤੇ ਤਨ ਹਰਿਆ ਭਰਿਆ ਹੋ ਗਿਆ, ਖਿੜ ਉੱਠਿਆ ਹੈ, ਕਿਉਂਕਿ ਇੱਛਾ ਪੂਰੀ ਹੈ, ਪਰਮਾਤਮਾ ਦੇ ਦਰਸ਼ਨ ਹੋ ਗਏ। ਜਦੋਂ ਪਰਮਾਤਮਾ ਦੇ ਦਰਸ਼ਨ ਹੋਏ ਸਭ ਦੁੱਖ ਪਰਿਹਰਿਆ ਜੀ। ਪਰਿਹਰਿਆ ਹੁੰਦਾ ਦੂਰ ਹੋ ਗਏ, ਸਭ ਪ੍ਰਕਾਰ ਦੇ ਦੁੱਖ ਦੂਰ ਹੋ ਗਏ, ਕੋਈ ਦੁੱਖ ਰਿਹਾ ਹੀ ਨਹੀਂ ਹੈਗਾ। ਮੇਰੀ ਇੱਛਾ ਪੂਰੀ ਹੋ ਗਈ ਹੈ, ਮੇਰਾ ਮਨ ਤਨ ਹਰਿਆ ਭਰਿਆ ਹੋ ਗਿਆ ਹੈ। ਪਰਮਾਤਮਾ ਦੇ ਦਰਸ਼ਨ ਕਰਕੇ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਹਰ ਹਰ ਨਾਮ ਜਪੇ ਜਪ ਤਰਿਆ ਜੀਓ। ਜਿਹੜਾ ਵੀ ਹਰੀ ਦਾ ਨਾਮ ਜਪਦਾ ਹੈ ਉਹ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਅਤੇ ਨਾਮ ਜਪੀ ਜਾਣਾ ਹੈ ਤਾਂ ਜੋ ਸਾਡਾ ਸੰਸਾਰਿਕ ਬੁਰਾਈਆਂ ਤੋਂ ਬਚਾ ਰੱਖੇ। ਕਿਉਂਕਿ ਜੇ ਆਪਾਂ ਆਪਣੇ ਧਿਆਨ ਨੂੰ ਕਿਸੇ ਪਾਸੇ ਲਾਈ ਰੱਖਾਂਗੇ ਤਾਂ ਹੀ ਠੀਕ ਹੈ। ਇਹ ਵਿਹਲਾ ਮਨ ਤਾਂ ਕਦੇ ਸ਼ੈਤਾਨ ਦੀ ਟੂਟੀ ਹੁੰਦਾ। ਐਨ ਐਮਪਟੀ ਮਾਈਂਡ ਇਜ਼ ਅ ਡੈਵਲਜ਼ ਵਰਕਸ਼ਾਪ। ਭੂਤਨੇ ਦੀ ਵਰਕਸ਼ਾਪ ਹੈ। ਭਾਵ ਇਹਨੇ ਕੋਈ ਨਾ ਕੋਈ ਮਾੜਾ ਸੋਚੀ ਜਾਣਾ ਮਨ ਨੇ, ਕਿਸੇ ਨੂੰ ਵਿਹਲੇ ਨਹੀਂ ਰਹਿਣ ਦੇਣਾ, ਇਹਨੂੰ ਨਾਮ 'ਚ ਲਾਈ ਰੱਖਣਾ। ਹਰ ਹਰ ਨਾਮ ਜਪੇ ਜਪ ਤਰਿਆ ਜੀਓ। ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਨਾਮ ਜਪ ਕੇ ਤਰ ਜਾਂਦਾ ਹੈ। ਇਹ ਅਜਰ ਨਾਨਕ ਸੁਖ ਸਹੀ ਹੈ ਜੀ। ਅਜਰ ਸੁਖ ਹੁੰਦਾ ਸਦਾ ਰਹਿਣ ਵਾਲਾ ਸੁਖ। ਫਿਰ ਇਸ ਤਰ੍ਹਾਂ ਨਾਮ ਜਪ ਕੇ ਫਿਰ ਉਹਨੂੰ ਸਦਾ ਰਹਿਣ ਵਾਲੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਲਈ ਭਾਈ ਨਾਮ ਜਪ ਕੇ ਇੱਛਾ ਪੂਰੀ ਹੋਣੀ ਹੈ। ਨਾਮ ਜਪ ਜਪ ਕੇ ਕਿਸੇ ਪ੍ਰਕਾਰ ਦੀ ਵੀ ਇੱਛਾ ਉਹ ਤੁਹਾਡੀ ਪੂਰੀ ਹੋ ਜਾਏਗੀ ਸਮਾਂ ਪਾ ਕੇ। ਕਈ ਇੱਛਾਵਾਂ ਛੇਤੀ ਪੂਰੀਆਂ ਜਿਹਦੇ, ਕਈਆਂ ਨੂੰ ਟਾਈਮ ਲੱਗਦਾ ਹੈ, ਕਿਉਂਕਿ ਗੁਰਬਾਣੀ ਇੱਛਾ ਪੂਰਕ ਪਰਮਾਤਮਾ ਇੱਛਾ ਪੂਰੀਆਂ ਕਰਨ ਵਾਲਾ ਹੈ। ਜਦੋਂ ਅਸੀਂ ਫਿਰ ਕੋਈ ਇੱਛਾ ਰੱਖ ਕੇ ਉਹਦਾ ਨਾਮ ਜਪਦੇ ਹਾਂ ਸਮਾਂ ਪਾ ਕੇ ਇੱਛਾ ਪੂਰੀ ਹੋ ਜਾਂਦੀ ਹੈ। ਅਗਰ ਮੰਨ ਲਓ ਇੱਛਾ ਪੂਰੀ ਨਹੀਂ ਹੋਈ ਤਾਂ ਪਰਮਾਤਮਾ ਕੀ ਕਰਦਾ? ਉਹ ਕਹਿੰਦਾ ਵੀ ਜਿਹੜੀ ਇੱਛਾ ਕਰ ਰਿਹਾ ਨਾ, ਜੇ ਮੈਂ ਇਹਦੀ ਇੱਛਾ ਪੂਰੀ ਕਰਤੀ ਇਹ ਦੁਖੀ ਹੋਵੇਗਾ, ਮੇਰੀ ਭਜਨ ਬੰਦਗੀ ਨਹੀਂ ਕਰ ਸਕੇਗਾ। ਇਸ ਲਈ ਉਹ ਸਾਡੀ ਗਲਤ ਇੱਛਾ ਪੂਰੀ ਹੀ ਨਹੀਂ ਕਰਦਾ। ਅਸੀਂ ਆਪਣੇ ਵੱਲੋਂ ਤਾਂ ਠੀਕ ਮੰਗ ਰਹੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਵੀ ਜੋ ਅਸੀਂ ਮੰਗ ਰਹੇ ਹਾਂ ਉਹਦਾ ਸਾਨੂੰ ਲਾਭ ਹੈ ਕਿ ਨਹੀਂ ਹੈ। ਸਾਡੇ ਨਾਲ ਇੱਕ ਟੀਚਰ ਸੀ, ਉਹਨੇ ਆਪਣੇ ਰਿਸ਼ਤੇਦਾਰਾਂ ਦਾ ਸੁਣਾਇਆ ਮੈਨੂੰ। ਕਹਿੰਦੇ ਉਹ ਕਿਸੇ ਮਹਾਂਪੁਰਖ ਨੂੰ ਮੰਨਿਆ ਕਰਦੇ ਸਨ। ਜਦੋਂ ਵੀ ਜਾਣਾ ਉਹਨਾਂ ਨੇ, ਮੀਆਂ ਬੀਬੀ ਨੇ ਮਹਾਂਪੁਰਖਾਂ ਕੋਲ, ਜੀ ਪੁੱਤਰ ਦੀ ਦਾਤ ਦੇ ਦਿਓ।
ਉਹ ਕਹਿੰਦੇ ਭਾਈ ਤੁਹਾਡੇ ਭਾਗਾਂ 'ਚ ਪੁੱਤਰ ਹੈ ਨਹੀਂ, ਸਬਰ ਕਰ ਲਓ। ਜਦੋਂ ਵੀ ਜਾਣਾ ਆਹੀ ਕਹਿਣਾ, ਪੁੱਤਰ ਦੀ ਦਾਤ ਦੇ ਦਿਓ ਜੀ। ਕਾਫੀ ਸਮਾਂ ਕਹਿੰਦੇ ਰਹੇ। ਮਹਾਂਪੁਰ ਕਹਿੰਦੇ ਪੁੱਤਰ ਤਾਂ ਹੋ ਜੂ, ਪਰ ਨਾ ਹੋਇਆ ਵਰਗਾ ਹੋਊ। ਅੱਗੋਂ ਨੇ ਕਹਿੰਦੇ ਨਾ ਹੋਇਆ ਵਰਗਾ ਹੀ ਦੇ ਦਿਓ। ਉਹ ਕਹਿੰਦੇ ਚੰਗਾ ਭਾਈ, ਅਗਲੇ ਸਾਲ ਤੁਹਾਡੇ ਪੁੱਤਰ ਹੋ ਜਾਏਗਾ। ਪੁੱਤਰ ਹੋ ਗਿਆ, ਲੂਲਾ ਹੋ ਗਿਆ, ਨਾ ਹੱਥ ਕੰਮ ਕਰਦੇ ਨਾ ਪੈਰ ਕਰਦੇ। 14 ਸਾਲ ਮੀਆਂ ਬੀਬੀ ਉਹਦੀ ਸੇਵਾ ਕਰਦੇ, ਹਾਲਾਂਕਿ ਦੋਨੋਂ ਸਰਵਿਸ ਕਰਦੇ ਸਨ। ਦੁਖੀ ਹੋ ਗਏ, ਅਰਦਾਸਾਂ ਰੋਜ਼ ਕਰਨ, ਮੈਨੂੰ ਚੱਕ ਲੈ। 14 ਸਾਲ ਉਹਦੀ ਸੇਵਾ ਕਰਕੇ ਫਿਰ ਉਸ ਤੋਂ ਖੜਾ ਛੁੱਟਿਆ। ਇਸ ਲਈ ਜ਼ਿੱਦ ਨਹੀਂ ਕਰਨੀ। ਠੀਕ ਹੈ, ਮੰਗਣਾ ਸਾਡਾ ਫਰਜ਼ ਬਣਦਾ, ਪਰ ਜੇ ਮੰਗ ਪੂਰੀ ਨਹੀਂ ਪਰਮਾਤਮਾ ਨੇ ਕੀਤੀ, ਉਸ ਵਿੱਚ ਸਾਡਾ ਕੋਈ ਭਲਾ ਹੁੰਦਾ ਹੈ, ਉਹਨੂੰ ਭਲਾ ਕਰਕੇ ਸਮਝਣਾ ਹੈ। ਪਰਮਾਤਮਾ ਨੇ ਨਾਰਾਜ਼ ਨਹੀਂ ਹੋਣਾ ਕਿ ਇਹਨੇ ਮੇਰੀ ਇੱਛਾ ਪੂਰੀ ਨਹੀਂ ਕੀਤੀ। ਜੋ ਗੁਰਬਾਣੀ 'ਚ ਲਿਖਿਆ ਇੱਛਾ ਪੂਰਕ, ਵੀ ਇੱਛਾ ਪੂਰੀਆਂ ਕਰਦਾ, ਮੇਰੇ 'ਤੇ ਕੀਤੀ ਨਹੀਂ ਹੈ, ਨਹੀਂ, ਉਹ 'ਚ ਸਾਡਾ ਹੀ ਭਲਾ। ਬਾਅਦ 'ਚ ਜਾ ਕੇ ਪਤਾ ਲੱਗਦਾ ਹੈ। ਮੈਨੂੰ ਯਾਦ ਹੈ 1971 'ਚ ਹਰਿਆਣੇ 'ਚ ਪੋਸਟਾਂ ਨਿਕਲੀਆਂ, ਮੈਂ ਅਪਲਾਈ ਕਰਤਾ, ਹਰਿਆਣੇ 'ਚ ਹੀ ਸੋਦੋਂ ਮੈਂ। ਚਲੋ ਜੀ, ਉਹ ਨਵਾਂ ਹਰਿਆਣਾ ਪੰਜਾਬ ਬਣਿਆ ਸੀ। ਬੰਸੀ ਲਾਲ ਦਾ ਮੁੱਖ ਮੰਤਰੀ ਹੁੰਦਾ ਸੀ। ਬੰਸੀ ਲਾਲ ਨੇ ਕਹਿਤਾ ਚੇਅਰਮੈਨ ਨੂੰ, ਜਿਹੜਾ ਕਮੇਟੀ ਦਾ ਚੇਅਰਮੈਨ ਸੀ, ਵੀ ਕਿਸੇ ਸਰਦਾਰ ਨੂੰ ਸਿਲੈਕਟ ਹੀ ਨਹੀਂ ਕਰਨਾ, ਨਿਬੜਿਆ ਕੰਮ। ਉਹਨਾਂ ਮੈਨੂੰ ਰਿਜੈਕਟ ਕਰਤਾ। ਮੈਂ ਕਿਹਾ ਵੀ ਜਿੰਨੇ ਅਸੀਂ ਬੰਦੇ, ਅਸੀਂ ਮੈਨੂੰ ਸਭ ਤੋਂ ਵੱਧ ਪੜ੍ਹਿਆ ਹੋਇਆ ਹਾਂ, ਮੇਰਾ ਪੜ੍ਹਾਉਣ ਦਾ ਤਜਰਬਾ ਵੀ ਕਈ ਸਾਲ ਦਾ ਹੈ, ਸਿਰਫ ਮੈਨੂੰ ਇਸ ਲਈ ਰਿਜੈਕਟ ਕਰਤਾ ਕਿ ਮੈਂ ਸਰਦਾਰ ਹਾਂ। ਇੱਕ ਵਾਰ ਤਾਂ ਮੈਨੂੰ ਅਫਸੋਸ ਹੋਇਆ, ਪਰ ਬਾਅਦ ਦੇ ਵਿੱਚ ਪੰਜਾਬ ਦੀਆਂ ਨੌਕਰੀਆਂ ਨਿਕਲੀਆਂ, ਇਹ 'ਚ ਮੈਂ ਸਿਲੈਕਟ ਹੋ ਗਿਆ। ਮੈਂ ਚੱਲ ਠੀਕ ਹੈ, ਸਾਰੀ ਉਮਰ ਹਿੰਦੀ ਤੋਂ ਖੜਾ ਛੁੱਟਿਆ, ਨਹੀਂ ਤਾਂ ਉੱਥੇ ਹਿੰਦੀ 'ਚ ਹੀ ਪੜ੍ਹਾਉਣਾ ਪੈਣਾ ਸੀ, ਹਿੰਦੀ ਬੋਲਣਾ ਪੈਣਾ ਸੀ। ਫਿਰ ਪਰਮਾਤਮਾ ਨੇ ਚੰਗਾ ਹੀ ਕੀਤਾ, ਮੈਨੂੰ ਪੰਜਾਬ 'ਚ ਲਿਆਂਦਾ। ਪੰਜਾਬ 'ਚ ਲਿਆਂਦਾ, ਇੱਥੇ ਆਉਣਾ ਸੀ, ਇੱਥੇ ਆ ਸਾਰਾ ਕੁਝ ਸਿਸਟਮ ਚਾਲੂ ਹੋਣਾ ਸੀ, ਸੰਗਤ ਨੇ ਪਾਠ ਸਿੱਖਣਾ ਸੀ, ਸਾਰਾ ਕੁਛ ਹੀ ਭਲਾ ਹੋਣਾ ਸੀ। ਇਸ ਲਈ ਪਰਮਾਤਮਾ ਜੋ ਕਰਦਾ ਵੈਸੇ ਤਾਂ ਠੀਕ ਕਰਦਾ ਹੈ, ਪਰ ਕਈ ਵਾਰੀ ਸਾਡੀ ਇੱਛਾ ਦੇ ਅਨੁਸਾਰ ਨਹੀਂ ਹੁੰਦਾ, ਇਸ ਲਈ ਸਾਨੂੰ ਲੱਗਦਾ ਵੀ ਠੀਕ ਨਹੀਂ ਕੀਤਾ। ਇਸ ਲਈ ਮੰਗ ਆਪਣੀ ਰੱਖੋ, ਕਿਉਂਕਿ ਸਾਨੂੰ ਪਤਾ ਨਹੀਂ ਹੈ ਜੋ ਅਸੀਂ ਮੰਗ ਰਹੇ ਠੀਕ, ਪਰ ਲੋੜ ਹੈ ਸਾਨੂੰ ਕਿਸੇ ਚੀਜ਼ ਦੀ, ਮੰਗੋ ਪਰਮਾਤਮਾ ਤੋਂ, ਪਰ ਰੀਂ ਵੀ ਨਾ ਕਰੋ ਵੀ ਨਹੀਂ ਮੈਨੂੰ ਤਾਂ ਜ਼ਰੂਰ ਚਾਹੀਦਾ, ਜ਼ਰੂਰ ਚਾਹੀਦਾ, ਜ਼ਰੂਰ ਚਾਹੀਦਾ, ਇਸ ਤਰ੍ਹਾਂ ਨਾ ਕਰੋ। ਮੰਗੋ 2-4 ਵਾਰੀ, ਅਗਰ ਉਹ ਨਹੀਂ ਦਿੰਦਾ ਤਾਂ ਉਹਦੀ ਰਜ਼ਾ 'ਚ ਰਹੋ, ਉਹ 'ਚ ਭਲਾ ਹੋਏਗਾ। ਗੌੜੀ ਮਾਝ ਮਹੱਲਾ ਪੰਜਵਾਂ। ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ, ਹੇ ਮਨ ਦੇ ਮਿੱਤਰ, ਹੇ ਸਜਣਾ ਸੁਣ। ਮਨ ਤਨ ਤੇਰਾ ਇਹ ਜੀਓ ਪਿਵਾਰੇ ਜੀਓ, ਹੇ ਪਰਮਾਤਮਾ ਇਹ ਮੇਰਾ ਮਨ, ਇਹ ਮੇਰਾ ਤਨ, ਇਹ ਤੇਰਾ ਹੈ। ਮੈਂ ਜਿੰਦ ਵੀ ਤੇਰੇ ਤੋਂ ਵਾਰਦਾ ਹਾਂ, ਮੈਂ ਜਿੰਦ ਵੀ ਤੇਰੇ ਤੋਂ ਵਾਰਦਾ ਹਾਂ। ਤੂੰ ਮੇਰੇ ਮਨ ਦਾ ਮਿੱਤਰ ਹੈ, ਤੂੰ ਸੱਜਣ ਹੈ, ਤੂੰ ਮੇਰੀ ਬੇਨਤੀ ਸੁਣ। ਕੀ ਬੇਨਤੀ ਹੈ? ਵਿਸਰ ਨਾਹੀਂ ਪ੍ਰਭ ਪ੍ਰਾਣ ਆਧਾਰੇ ਜੀਓ, ਹੈ ਮੇਰੇ ਪ੍ਰਾਣਾਂ ਦੇ ਆਸਰੇ, ਮੈਨੂੰ ਕਦੇ ਵੀ ਨਾ ਵਿਸਰ, ਤੂੰ ਮੈਨੂੰ ਭੁੱਲ ਨਾ ਬਸ। ਇਹ ਮੇਰੀ ਬੇਨਤੀ ਹੈ। ਸਦਾ ਤੇਰੀ ਸ਼ਰਨਾਈ ਜੀਓ, ਮੈਂ ਸਦਾ ਤੇਰੀ ਸ਼ਰਨ 'ਚ ਰਹਾਂ। ਇਹ ਮੇਰੀ ਬੇਨਤੀ ਹੈ ਕਿ ਮੈਂ ਸਦਾ ਤੇਰੀ ਸ਼ਰਨ 'ਚ ਰਹਾਂ ਅਤੇ ਮੈਨੂੰ ਕਦੇ ਵੀ ਤੂੰ ਨਾ ਵਿਸਰ, ਮੈਨੂੰ ਹਮੇਸ਼ਾ ਤੂੰ ਯਾਦ ਰਹਿ। ਜਿਸ ਮਿਲਿਆ ਮਨ ਜੀਵੈ ਭਾਈ ਜੀਓ, ਜਿਸ ਨੂੰ ਮਿਲ ਕੇ ਇਹ ਮਨ ਜਿਉਂਦਾ ਹੁੰਦਾ, ਭਾਵ ਖੁਸ਼ ਹੋ ਜਾਂਦਾ, ਖਿੜ ਉੱਠਦਾ ਹੈ। ਕਈਆਂ ਨੂੰ ਮਿਲ ਕੇ ਆਪਣਾ ਮਨ ਖਿੜ ਉੱਠਦਾ ਹੈ, ਕਈਆਂ ਨੂੰ ਮਿਲ ਕੇ ਆਪਣਾ ਮਨ ਉਦਾਸ ਹੋ ਜਾਂਦਾ ਹੈ। ਪਰਮਾਤਮਾ ਨੂੰ ਮਿਲ ਕੇ ਮਨ ਖਿੜ ਉੱਠਦਾ ਹੈ। ਜਿਸ ਮਿਲਿਆ ਮਨ ਜੀਵੈ ਭਾਈ ਜੀ, ਇਹ ਭਾਈ ਜਿਸ ਨੂੰ ਮਿਲ ਕੇ ਮਨ ਜਿਉਂਦਾ ਹੁੰਦਾ, ਮਨ ਖਿੜ ਜਾਂਦਾ ਹੈ। ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ, ਗੁਰੂ ਦੀ ਕਿਰਪਾ ਨਾਲ ਇਹੋ ਜਿਹਾ ਪਰਮਾਤਮਾ ਮਿਲ ਜਾਂਦਾ ਹੈ। ਗੁਰੂ ਦੀ ਕਿਰਪਾ ਚਾਹੀਦੀ ਹੈ, ਅਤੇ ਗੁਰੂ ਦੀ ਕਿਰਪਾ ਤਾਂ ਹੁੰਦੀ ਹੈ ਭਾਈ ਜੇ ਅਸੀਂ ਗੁਰੂ ਦੇ ਆਖੇ ਲੱਗੀਏ। ਉਂਝ ਨਹੀਂ ਗੁਰੂ ਦੀ ਕਿਰਪਾ ਹੁੰਦੀ। ਗੁਰੂ ਨੂੰ ਭਾਵੇਂ ਮੱਥੇ ਟੇਕੀ ਜੋ ਚੰਗੀ ਗੱਲ ਹੈ, ਗੁਰੂ ਦੇ ਦਰਸ਼ਨ ਕਰੀ ਜੋ ਵੀ ਚੰਗੀ ਗੱਲ ਹੈ,
ਪਰ ਗੁਰੂ ਦੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਆਖੇ ਲੱਗਦੇ। ਜਦੋਂ ਅਸੀਂ ਬਾਣੀ ਦੀ ਗੱਲ ਮੰਨਾਂਗੇ ਨਾ, ਫਿਰ ਗੁਰੂ ਮਹਾਰਾਜ ਸਾਡੇ 'ਤੇ ਖੁਸ਼ ਹੋਣਗੇ। ਸੋ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ। ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਭ ਕੁਝ ਪ੍ਰਭ ਕਾ ਪ੍ਰਭ ਕੀਆ ਜਾਏ ਜੀਓ। ਸਾਰਾ ਕੁਝ ਪਰਮਾਤਮਾ ਦਾ ਹੈ ਅਤੇ ਪਰਮਾਤਮਾ ਦਾ ਕੀਤਾ ਹੀ ਹੁੰਦਾ ਹੈ। ਉਹਦੇ ਕੀਤਾ ਹੁੰਦਾ ਹੈ, ਉਹਦੇ ਸਭ ਕੁਛ ਹੈ। ਪ੍ਰਭ ਕੋ ਸਦ ਬਲ ਜਾਈ ਜੀਓ। ਮੈਂ ਪਰਮਾਤਮਾ ਦਾ ਸਦਾ ਹੀ ਬਲਿਹਾਰ ਜਾਂਦਾ ਹਾਂ। ਇਹ ਨਿਧਾਨ ਜਪੈ ਵਡਭਾਗੀ ਜੀਓ। ਨਿਧਾਨ ਨਾਮ, ਨਾਮ ਜਿਹੜਾ ਕੌਣ ਜਪਦਾ? ਵੱਡੇ ਭਾਗਾਂ ਵੱਲੋਂ। ਵੱਧ ਕਿਸ ਨੂੰ ਤਾਂ ਨਾਮ ਹੀ ਨਹੀਂ ਜਪ ਸਕਦਾ। ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹ ਨਾਮ ਜਪਦੇ ਹਨ। ਨਾਮ ਨਿਰੰਜਨ ਏਕ ਲਿਵ ਲਾਗੀ ਜੀਓ। ਜਿਹੜਾ ਵੱਡੇ ਭਾਗਾਂ ਹੁੰਦਾ ਉਹਦਾ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ। ਅਸੀਂ ਤਾਂ ਨਾਮ ਜਪਦੇ ਹਾਂ, ਧਿਆਨ ਸਾਡਾ ਕਦੇ ਕਿਤੇ ਕਦੇ ਕਿਤੇ ਹੁੰਦਾ, ਸਾਡੇ ਲਿਵ ਨਹੀਂ ਲੱਗ ਰਹੇ। ਜਦੋਂ ਅਸੀਂ ਵੱਡੇ ਭਾਗਾਂ ਵਾਲੇ ਹੋ ਜਾਵਾਂਗੇ, ਵੱਡੇ ਭਾਗ ਸਾਡੇ ਕਿੰਨੇ ਬਣਾਉਣੇ ਨੇ? ਨਾਮ ਨਹੀਂ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਹੌਲੀ ਹੌਲੀ ਅਸੀਂ ਵੱਡੇ ਭਾਗਾਂ ਵਾਲੇ ਹੋ ਜਾਵਾਂਗੇ। ਜਦੋਂ ਵੱਡੇ ਭਾਗਾਂ ਵਾਲੇ ਹੋ ਗਏ, ਫਿਰ ਸਾਡੀ ਲਿਵ ਪਰਮਾਤਮਾ ਨਾਲ ਲੱਗ ਜਾਏਗੀ। ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀ। ਪੂਰੇ ਗੁਰੂ ਦੀ ਪ੍ਰਾਪਤੀ ਹੋ ਕੇ ਸਾਰਾ ਦੁੱਖ ਹੀ ਖਤਮ ਹੋ ਗਿਆ। ਕਿਉਂ? ਗੁਰੂ ਮਹਾਰਾਜ ਕਿਰਪਾ ਕਰਤੀ, ਦੁੱਖ ਖਤਮ ਕਰਤਾ। 8 ਪਹਿਰ ਗੁਣ ਗਾਇਆ ਜੀ। ਕਿਵੇਂ ਦੁੱਖ ਖਤਮ ਹੋਇਆ? 8 ਪਹਿਰ ਪਰਮਾਤਮਾ ਦੇ ਗੁਣ ਗਾਏ। ਉਹ ਪਰਮਾਤਮਾ ਦੇ ਗੁਣ ਗਾਉਣ ਕਾਰਨ ਸਾਰੇ ਦੁੱਖ ਦੀ ਸਮਾਪਤੀ ਹੋ ਗਈ। ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ। ਹੈ ਪਰਮਾਤਮਾ, ਤੁਹਾਡਾ ਨਾਮ ਤੇ ਰਤਨਾਂ ਦੀ ਤਰ੍ਹਾਂ ਕੀਮਤੀ ਹੈ। ਰਤਨ ਪਦਾਰਥ ਹੈ। ਪਰਮਾਤਮਾ ਦੇ ਨਾਮ ਨੂੰ ਬਹੁਤ ਕੀਮਤੀ ਪਦਾਰਥ ਗਿਣਿਆ ਗਿਆ ਹੈ। ਹੈ ਪਰਮਾਤਮਾ, ਤੁਹਾਡਾ ਨਾਮ ਜਿਹੜਾ ਹੈ ਇਹ ਤੇ ਰਤਨ ਹੈ, ਇਹ ਤੇ ਹੀਰਾ ਹੈ, ਇਹ ਬਹੁਤ ਕੀਮਤੀ ਹੈ। ਤੂੰ ਸੱਚਾ ਸ਼ਾਹ ਭਗਤ ਵਣਜਾਰਾ ਜੀਓ। ਤੂੰ ਸੱਚਾ ਸ਼ਾਹ ਹੈ, ਅਤੇ ਜਿਹੜੇ ਭਗਤ ਹੈ ਇਹ ਤੇਰਾ ਵਣਜਾਰਾ ਹੈ। ਇਹ ਤੇ ਤੋਂ ਨਾਮ ਦਾ ਸੌਦਾ ਲੈਣ ਆਇਆ ਹੈ। ਭਗਤ ਨੂੰ ਇੱਕੋ ਹੀ ਸੌਦਾ ਚਾਹੀਦਾ, ਨਾਮ ਦਾ। ਸਾਨੂੰ ਤਾਂ ਕਈ ਪ੍ਰਕਾਰ ਦੇ ਸੌਦੇ ਚਾਹੀਦੇ ਨੇ। ਪਰਮਾਤਮਾ ਨਾਮ ਦਾ ਸ਼ਾਹ ਹੈ, ਅਤੇ ਜਿਹੜਾ ਭਗਤ ਹੈ ਉਹ ਨਾਮ ਦਾ ਵਣਜਾਰਾ ਹੈ। ਹਰ ਤਨ ਰਾਸ ਸੱਚ ਵਪਾਰਾ ਜੀ। ਹਰੀ ਦਾ ਧਨ ਜਿਹੜਾ ਨਾਮ ਰਾਸ, ਉਹ ਉਹਦੀ ਪੂੰਜੀ ਹੈ। ਇਹ ਨਾਮ ਜਿਹੜਾ ਹੈ ਇਹ ਭਗਤ ਦੀ ਪੂੰਜੀ ਹੁੰਦੀ ਹੈ। ਉਹ ਸੱਚ ਦਾ ਵਪਾਰ ਕਰਦਾ ਹੈ, ਉਹ ਨਾਮ ਦਾ ਹੀ ਵਪਾਰ ਕਰਦਾ ਹੈ। ਜਨ ਨਾਨਕ ਸਦ ਬਲਿਹਾਰਾ ਜੀ। ਗੁਰੂ ਮਹਾਰਾਜ ਕੇ ਸਦਾ ਹੀ ਪਰਮਾਤਮਾ ਦਾ ਬਲਿਹਾਰ ਜਾਂਦੇ ਹਾਂ। ਸੋ ਗੁਰੂ ਮਹਾਰਾਜ ਕਹਿੰਦੇ, ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ। 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 ਤੂੰ ਸੱਚਾ ਸ਼ਾਹ ਭਗਤ ਵਣਜਾਰਾ ਜੀਓ। ਤੂੰ ਸੱਚਾ ਸ਼ਾਹ ਭਗਤ ਵਣਜਾਰਾ ਜੀਓ। ਭਗਤ ਵਣਜਾਰਾ ਜੀਓ। ਹਰ ਤਨ ਰਾਸ ਸੱਚ ਹਰ ਤਨ ਰਾਸ ਸੱਚ ਵਪਾਰਾ ਜੀਓ। ਹਰ ਤਨ ਰਾਸ ਸੱਚ ਵਪਾਰਾ ਜੀਓ। ਰਾਸ ਸੱਚ ਵਪਾਰਾ ਜੀਓ। ਹਰ ਤਨ ਰਾਸ ਸੱਚ ਵਪਾਰਾ ਜੀਓ। ਜਨ ਨਾਨਕ ਸਦ ਬਲਿਹਾਰਾ ਜੀਓ। ਜਨ ਨਾਨਕ ਸਦ
ਬਲਿਹਾਰਾ ਜੀਓ। ਨਾਨਕ ਸਦ ਬਲਿਹਾਰਾ ਜੀਓ। ਜਨ ਨਾਨਕ ਸਦ ਬਲਿਹਾਰਾ ਜੀਓ। ਸਤਿਕਾਰਯੋਗ ਸਾਸੇ ਸਮਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।